ਹੈਲੋ ਫਰੈਂਡਸ, ਸੋ ਆਪਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਪੋਟੈਂਸ਼ੀਅਲ ਡਿਫਰੈਂਸ ਬਾਰੇ। ਪੋਟੈਂਸ਼ੀਅਲ ਡਿਫਰੈਂਸ ਤੋਂ ਬਾਅਦ ਆਪਾਂ ਕੁਝ ਸਿੰਬਲਸ ਬਾਰੇ ਪੜ੍ਹਿਆ। ਦੈਨ ਐਂਡ ਤੇ ਆਪਾਂ ਗੱਲ ਕੀਤੀ ਸੀ ਓਮਸ ਲਾਅ। ਦੈਨ ਓਮਸ ਲਾਅ ਨੂੰ ਸਟੇਟ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਟਰਮ ਆਈ ਸੀ ਦੈਟ ਵਾਜ਼ ਕੈਪੀਟਲ ਆਰ, ਜਿਹਨੂੰ ਆਪਾਂ ਬੋਲ ਰਹੇ ਸੀ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਐਂਡ ਉਹਦਾ ਨਾਮ ਕੀ ਸੀ? ਰੈਜ਼ਿਸਟੈਂਸ। ਸੋ ਹੁਣ ਅੱਜ ਦੀ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਰੈਜ਼ਿਸਟੈਂਸ ਤੋਂ। ਸੋ ਸਭ ਤੋਂ ਪਹਿਲੇ ਓਮਸ ਲਾਅ ਨੂੰ ਥੋੜਾ ਯਾਦ ਕਰਦੇ ਹੋਏ, ਓਮਸ ਲਾਅ ਤੋਂ ਜੋ ਆਪਣੇ ਕੋਲ ਸਟੇਟਮੈਂਟ ਆਈ ਸੀ ਦੈਟ ਵਾਜ਼, ਜੋ ਆਪਣੇ ਕੋਲ ਰਿਲੇਸ਼ਨਸ਼ਿਪ ਆਇਆ ਸੀ ਬਿਟਵੀਨ V ਐਂਡ I, ਉਹ ਸੀ V इज़ इक्वल टू I R। और इस R ਨੂੰ ਮੈਂ ਕੀ ਬੋਲ ਰਹੀ ਸੀ? R ਕੀ ਹੈ? ਇੱਕ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ। ਮੀਨਸ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਣ ਤੇ ਜੋ ਕੌਂਸਟੈਂਟ ਆਪਾਂ ਯੂਜ਼ ਕੀਤਾ ਉਹ ਕੌਂਸਟੈਂਟ ਹੈ R, ਔਰ ਇਹਨੂੰ ਆਪਾਂ ਕੀ ਬੋਲਦੇ ਹਾਂ? R ਇਜ਼ ਕਾਲਡ ਰੈਜ਼ਿਸਟੈਂਸ। ਸੋ R ਕੀ ਹੈ? resistance of the given material of wire। मतलब resistance of given material of wire बोलन का की मतलब है कि different materials ਦੇ ਲਈ ਕੀ ਹੈ resistance ਦੀ value different ਹੁੰਦੀ ਹੈ। so resistance ਕੀ ਹੈ? resistance is for given material of wire and for given temperature। temperature मतलब ਇੱਕ temperature ਦੇ ਲਈ resistance same ਰਹੇਗੀ, temperature change ਹੋਏਗਾ then resistance ਕੀ ਹੈ ਉਹਦੇ ਨਾਲ resistance ਵੀ change ਹੋਏਗੀ। ਹੁਣ resistance ਹੈ ਕੀ ਹੈ? resistance ਕੀ ਹੈ? ਇੱਕ property ਹੈ material ਦੀ ਜੋ ਕੀ ਹੈ ਅਪੋਜ਼ ਕਰਦੀ ਹੈ ਫਲੋ ਆਫ ਕਰੰਟ ਨੂੰ। ਸੋ ਜੋ ਚਾਰजेस ਫਲੋ ਹੋ ਰਹੇ ਹਨ ਜਾਂ ਜੋ ਕਰੰਟ ਫਲੋ ਹੋ ਰਿਹਾ ਹੈ ਉਸ ਨੂੰ ਜੋ ਆਪੋਜੀਸ਼ਨ ਮਿਲ ਰਹੀ ਹੈ ਬਾਏ ਦ ਮਟੀਰੀਅਲ, ਉਸ ਪ੍ਰੋਪਰਟੀ ਨੂੰ, ਉਸ ਮਟੀਰੀਅਲ ਦੀ ਪ੍ਰੋਪਰਟੀ ਨੂੰ ਆਪਾਂ ਕੀ ਬੋਲਦੇ ਹਾਂ? ਉਸ ਨੂੰ ਆਪਾਂ ਨਾਮ ਦਿੱਤਾ ਹੈ ਰੈਜ਼ਿਸਟੈਂਸ ਦਾ। ਸੋ ਰੈਜ਼ਿਸਟੈਂਸ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹਰੇਕ ਮਟੀਰੀਅਲ ਦੇ ਲਈ ਵੇਰੀ ਕਰੇਗੀ, ਸੋ ਅਲੱਗ-ਅਲੱਗ ਹੋਏਗੀ। ਨਾਲ ਦੀ ਨਾਲ ਕੀ ਹੈ ਰੈਜ਼ਿਸਟੈਂਸ ਟੈਂਪਰੇਚਰ ਤੇ ਵੀ ਡਿਪੈਂਡ ਕਰਦੀ ਹੈ। ਸੋ ਟੈਂਪਰੇਚਰ ਡਿਪੈਂਡੈਂਟ ਦਾ ਮਤਲਬ ਕੀ ਹੈ? ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਰੈਜ਼ਿਸਟੈਂਸ ਉਸ ਮਟੀਰੀਅਲ ਦੀ ਉਹ ਵੀ ਕੀ ਹੈ? ਚੇਂਜ ਹੋਏਗੀ। ਸੋ ਹੁਣ ਆਪਾਂ ਰੈਜ਼ਿਸਟੈਂਸ ਦੀ ਕੀ ਹੈ ਯੂਨਿਟ ਦੀ ਗੱਲ ਕਰੀਏ। ਰੈਜ਼ਿਸਟੈਂਸ ਨੂੰ ਆਪਾਂ ਸ਼ੋ ਕਰਦੇ ਹਾਂ, ਇੱਕ ਗ੍ਰੀਕ ਲੈਟਰ ਹੈ, ਗ੍ਰੀਕ ਲੈਟਰ ਹੈ ਦਿਸ, ਔਰ ਇਹਨੂੰ ਆਪਾਂ ਲਿਖਦੇ ਹਾਂ ਓਮ, OHM। ਸੋ ਯੂਨਿਟ ਆਫ ਰੈਜ਼ਿਸਟੈਂਸ ਕੀ ਹੋ ਗਿਆ? ਦੈਟ ਇਜ਼ ਓਮ, ਔਰ ਉਹਦੇ ਲਈ ਜਿਹੜਾ ਸਿੰਬਲ ਯੂਜ਼ ਕਰਦੇ ਹਾਂ ਉਹ ਕੀ ਹੈ? ਇਹ ਵਾਲਾ। ਸੋ ਇਹਨੂੰ ਆਪਾਂ ਜਨਰਲੀ ਕੀ ਹੈ ਓਮ ਨਾਮ ਨਾਲ ਹੀ ਯੂਜ਼ ਕਰਾਂਗੇ। ਹੁਣ V ਇਜ਼ ਇਕੁਅਲ ਟੂ IR। ਇੱਥੋਂ ਅਗਰ ਆਪਾਂ ਰੈਜ਼ਿਸਟੈਂਸ ਨਿਕਾਲਣੀ ਹੋਵੇ ਦੈਨ ਰੈਜ਼ਿਸਟੈਂਸ ਨੂੰ ਆਪਾਂ ਕੀ ਲਿਖਾਂਗੇ? ਰੈਜ਼ਿਸਟੈਂਸ ਵਿਲ ਬੀ ਇਕੁਅਲ ਟੂ V over I। ਸੋ ਕਿਸੇ ਮਟੀਰੀਅਲ ਦੇ ਵਿੱਚ ਆਪਾਂ ਕਿਸੇ ਕੰਡਕਟਿੰਗ ਮਟੀਰੀਅਲ ਦੇ ਵਿੱਚ ਰੈਜ਼ਿਸਟੈਂਸ ਦੀ ਗੱਲ ਕਰ ਰਹੇ ਹਾਂ ਦੈਨ ਕਿੰਨੀ ਹੋਏਗੀ? ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ that conductor over the current flowing through that conductor। so V over I। so अगर ਆਪਾਂ potential difference ਨੂੰ 1 ਕਰ ਦਈਏ, so potential difference is 1 volt। करंट ਨੂੰ ਵੀ ਅਗਰ ਆਪਾਂ 1 एम्पीयर ਕਰ ਦਈਏ then ਜੋ ਆਪਣੀ resistance ਹੈ ਉਹ ਕੀ ਹੋ ਜਾਏਗੀ? 1 ohm ਹੋ ਜਾਏਗੀ। so ਇਹਦਾ ਕੀ ਮਤਲਬ ਹੈ ਕਿ ਅਗਰ potential difference, if the potential difference ਜੋ ਕੀ ਹੈ present ਹੈ across the ends of the, ਜਿਵੇਂ ਆਪਾਂ ਵਾਇਰ ਦੀ ਗੱਲ ਕਰੀਏ, if the potential difference across the ends of wire that is 1 volt and 1 ampere of current is flowing through that wire। मतलब कि end ਦੇ across potential difference 1 volt ਹੈ ਔਰ ਉਸ ਵਾਇਰ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਹੈ? 1 ampere ਕਰੰਟ ਫਲੋ ਕਰ ਰਿਹਾ ਹੈ। ਦੈਨ ਉਸ ਵਾਇਰ ਦੀ ਰੈਜ਼ਿਸਟੈਂਸ ਮੀਨਸ ਆਪੋਜੀਸ਼ਨ ਜਿਹੜੀ ਉਹਨੇ ਦੇਣੀ ਹੈ ਟੂ ਦ ਫਲੋ ਆਫ ਚਾਰਜ, ਕਿੰਨੀ ਆਪੋਜੀਸ਼ਨ ਹੋਏਗੀ? ਉਹ ਹੋਏਗੀ ਇਕੁਅਲ ਟੂ 1 ohm। ਸੋ ਇਹ ਸੀ ਰੈਜ਼ਿਸਟੈਂਸ। ਇਸ ਤੋਂ ਬਾਅਦ ਇਸ ਤੋਂ ਆਪਾਂ ਰੈਜ਼ਿਸਟੈਂਸ ਤਾਂ ਲਿਖ ਲਈ, ਇਸ ਤੋਂ ਇਲਾਵਾ ਆਪਾਂ ਕਰੰਟ ਨੂੰ ਨਿਕਾਲਣਾ ਹੋਵੇ ਦੈਨ ਕਰੰਟ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ? ਕਰੰਟ ਵਿਲ ਬੀ ਇਕੁਅਲ ਟੂ V over R। ਸੋ I ਨੂੰ ਇੱਧਰ ਰੱਖਿਆ, R ਨੂੰ V ਦੇ ਨੀਚੇ, ਸੋ V over R। ਸੋ ਮੈਂ 3 ਫਾਰਮਸ ਲਿਖੀਆਂ ਹਨ ਇਨ V is equals to IR, R is equals to V over I, ਔਰ ਤੀਸਰੀ ਕੀ ਹੈ? I is equal to V by R। ਹੁਣ ਇੱਥੋਂ ਕੀ ਪਤਾ ਲੱਗ ਰਿਹਾ ਹੈ ਕਿ ਕਰੰਟ ਜੋ ਫਲੋ ਕਰ ਰਿਹਾ ਹੈ ਕਿਸੇ ਰੈਜ਼ਿਸਟਰ ਦੇ ਥਰੂ, ਮੈਂ ਵਰਡ ਯੂਜ਼ ਕਰ ਰਹੀ ਹਾਂ ਰੈਜ਼ਿਸਟਰ। ਸੋ ਰੈਜ਼ਿਸਟਰ, ਹੁਣ ਇਹ ਗੱਲਬਾਤ ਤੋਂ ਬਾਅਦ ਮੈਂ ਦੱਸਾਂਗੀ ਕਿ ਰੈਜ਼ਿਸਟਰ ਦਾ ਹੁਣ ਕੀ ਮਤਲਬ ਹੈ। ਸੋ ਕਰੰਟ ਥਰੂ ਐਨੀ ਰੈਜ਼ਿਸਟਰ ਉਹ ਡਿਪੈਂਡ ਕਰਦਾ ਹੈ ਰੈਜ਼ਿਸਟੈਂਸ ਦੇ ਉੱਪਰ, ਲੇਕਿਨ ਇਨਵਰਸਲੀ ਡਿਪੈਂਡ ਕਰ ਰਿਹਾ ਹੈ। ਇਨਵਰਸ ਦਾ ਕੀ ਮਤਲਬ ਹੈ ਕਿ ਇਹ ਉੱਪਰ ਹੈ, ਨਿਊਮੀਰੇਟਰ ਹੈ, ਔਰ ਦੂਸਰੀ ਸਾਈਡ ਕੀ ਹੈ? ਜੋ ਰੈਜ਼ਿਸਟੈਂਸ ਹੈ ਡਿਨੋਮੀਨੇਟਰ ਦੇ ਵਿੱਚ ਹੈ। ਸੋ ਇਨਵਰਸ ਰਿਲੇਸ਼ਨ ਹੈ। ਇਨਵਰਸ ਦਾ ਕੀ ਮਤਲਬ ਹੁੰਦਾ ਹੈ ਕਿ ਅਗਰ ਇੱਕ ਕੁਆਂਟਿਟੀ ਮੰਨ ਲਓ ਰੈਜ਼ਿਸਟੈਂਸ ਜੋ ਹੈ ਉਹ ਵੱਧ ਰਹੀ ਹੈ ਦੈਨ ਉਹਦੇ ਨਾਲ ਕਰੰਟ ਕੀ ਹੋਏਗਾ? ਘਟੇਗਾ। ਜਾਂ ਫਿਰ ਅਗਰ ਰੈਜ਼ਿਸਟੈਂਸ ਕੀ ਹੈ डिक्रीज हो रही है दैन करंट की वैल्यू की होएगी? इंक्रीज होएगी। सो ये हुंदा है इनवर्स रिलेशन। एक हुंदा है डायरैक्ट रिलेशन कि अगर एक क्वांटिटी के सामने इज इक्वल टू दूसरी क्वांटिटी बिल्कुल ऊपर ही पई है न्यूमरेटर, दूसरा भी की है न्यूमरेटर दे विच है, वो हुंदी है डायरैक्ट डिपेंडेंस, और ये की है इनवर्स डिपेंडेंस। सो अगर आप एग्जाम्पल लीए, मान लो कि अगर आप रेजिस्टेंस नूं ट्वाइस कर दईए, 2 गुना कर दईए, दैन जो अपने कोल करंट आएगा, जो न्यू करंट आएगा, मान लो I डैश है दैट इज़ इक्वल टू, सो आप पोटेंशियल डिफरेंस नूं नहीं चेंज कर रहे, वो सेम है। और इत्थे आपां की है नवी रेजिस्टेंस लिखांगे। सो नवी रेजिस्टेंस है कितनी है? पुरानी रेजिस्टेंस दे ट्वाइस। सो R डैश इज़ इक्वल टू 2 टाइम्स R।
ਸੋ ਆਪਣੇ ਕੋਲ ਜੋ ਕਰੰਟ ਦੀ ਵੈਲਿਊ ਹੈ I ਡੈਸ਼ ਉਹ ਕਿੰਨੀ ਆਏਗੀ V ਓਵਰ ਇੱਥੇ ਮੈਂ ਵੈਲਿਊ ਪੁੱਟ ਕਰਾਂਗੀ R ਡੈਸ਼ ਦੀ 2R। ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ V ਓਵਰ R ਇਹ ਕਿਹਦੇ ਬਰਾਬਰ ਹੈ I ਦੇ ਬਰਾਬਰ। ਸੋ ਆਪਣੇ ਕੋਲ I ਡੈਸ਼ ਦਾ ਪੁਰਾਣੇ ਕਰੰਟ ਦੇ ਨਾਲ ਕੀ ਰਿਲੇਸ਼ਨ ਆ ਗਿਆ ਦੈਟ ਇਜ਼ 1/2 I। ਮਤਲਬ ਕਿ ਜਦ ਆਪਾਂ ਕਿਸੇ ਸਰਕਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਨੂੰ ਨਾ ਚੇਂਜ ਕਰਦੇ ਹੋਏ ਉਹਨੂੰ ਨਾ ਹਿਲਾਉਂਦੇ ਹੋਏ ਆਪਾਂ ਕੀ ਹੈ ਸਿੰਪਲੀ ਉਹਦੀ ਰੈਜ਼ਿਸਟੈਂਸ ਨੂੰ ਵਧਾ ਦਈਏ ਵਾਈਜ਼ ਕਰ ਦਈਏ ਦੈਨ ਜੋ ਉਸ ਸਰਕਟ ਦੇ ਵਿੱਚੋਂ ਜਿਹੜਾ ਕਰੰਟ ਫਲੋ ਕਰੇਗਾ ਪਹਿਲੇ ਦੇ ਕੰਪੈਰੀਟਿਵਲੀ ਕਿੰਨਾ ਕਰੰਟ ਫਲੋ ਕਰੇਗਾ ਹਾਫ। ਸੋ ਰੈਜ਼ਿਸਟੈਂਸ ਜਿਵੇਂ ਕਿ ਡਿਫਾਈਨ ਵੀ ਆਪਾਂ ਇਸੇ ਤਰ੍ਹਾਂ ਕਰਦੇ ਹਾਂ ਰੈਜ਼ਿਸਟੈਂਸ ਹੈ ਕੀ ਹੈ opposition ਹੈ ਟੂ ਦਾ ਕਰੰਟ। ਸੋ ਅਗਰ ਆਪਾਂ opposition ਨੂੰ ਹੀ ਟਵਾਈਸ ਕਰ ਦਈਏ ਵਧਾ ਦਈਏ ਦੁੱਗਣਾ ਕਰ ਦਈਏ ਦੈਨ ਉਹਦੇ ਨਾਲ ਕਰੰਟ ਕੀ ਹੋ ਜਾਏਗਾ ਆਪਣਾ ਹਾਫ ਹੋ ਜਾਏਗਾ ਪਹਿਲੇ ਦੇ ਕੰਪੈਰੀਟਿਵਲੀ। ਸੋ ਇਹ ਸੀ ਤਿੰਨ ਫਾਰਮਸ ਮੈਂ ਦਿੱਤੀਆਂ ਹਨ। ਸੋ V is equal to IR ਤਿੰਨੋਂ ਹੀ ਆਪਾਂ ਯਾਦ ਰੱਖਾਂਗੇ ਬਿਕੋਜ਼ ਆਪਾਂ ਨੂੰ ਵੈਸੇ ਅਗਰ ਆਪਾਂ ਨੂੰ ਸਿਰਫ ਇਹ ਯਾਦ ਹੈ ਦੈਨ ਆਪਾਂ ਉਹਦੇ ਤੋਂ ਕੀ ਹੈ ਬਾਕੀ ਦੀਆਂ ਦੋ ਵੀ ਡਿਰਾਈਵ ਕਰ ਸਕਦੇ ਹਾਂ ਔਰ ਇਹੀ ਆਪਾਂ ਕੀ ਹੈ ਜ਼ਿਆਦਾਤਰ ਨੂਮੈਰੀਕਲਸ ਦੇ ਵਿੱਚ ਵੀ ਅੱਗੇ ਯੂਜ਼ ਕਰਾਂਗੇ। ਸੋ ਹੁਣ ਇੱਥੇ ਮੈਂ ਗੱਲ ਕੀਤੀ ਰੈਜ਼ਿਸਟੈਂਸ ਚੇਂਜ ਕਰਕੇ ਕਰੰਟ ਚੇਂਜ ਹੋਇਆ। ਸੋ ਮੋਸਟਲੀ ਕੀ ਹੁੰਦਾ ਹੈ ਕਾਫੀ ਪ੍ਰੈਕਟੀਕਲ ਕੇਸਿਸ ਦੇ ਵਿੱਚ ਪ੍ਰੈਕਟੀਕਲ ਪਰਪਸਿਸ ਦੇ ਵਿੱਚ ਵੀ ਆਪਾਂ ਨੂੰ ਕੀ ਹੈ ਕਰੰਟ ਦੀ ਵੈਲਿਊ ਨੂੰ ਚੇਂਜ ਕਰਨਾ ਪੈਂਦਾ ਹੈ। ਸੋ ਕੁਝ ਸਰਕਟਸ ਦੇ ਵਿੱਚ ਕੁਝ ਕੇਸਿਸ ਦੇ ਵਿੱਚ ਕੀ ਹੈ ਆਪਾਂ ਨੂੰ ਕਰੰਟ ਦੀ ਵੈਲਿਊ ਨੂੰ ਇਨਕਰੀਜ਼ ਕਰਨਾ ਪੈਂਦਾ ਹੈ ਜਾਂ ਕੁਝ ਕੇਸਿਸ ਦੇ ਵਿੱਚ ਆਪਾਂ ਨੂੰ ਕਰੰਟ ਦੀ ਵੈਲਿਊ ਨੂੰ ਥੋੜਾ ਡਿਕਰੀਜ਼ ਕਰਨਾ ਹੈ। ਸੋ ਉਹਦੇ ਲਈ ਕੀ ਹੈ ਆਪਾਂ ਵੇਰੀਏਬਲ ਰੈਜ਼ਿਸਟਰਸ ਯੂਜ਼ ਕਰਦੇ ਹਾਂ। ਸੋ ਜਿਵੇਂ ਮੈਂ ਸਿੰਬਲਸ ਦੇ ਵਿੱਚ ਵੀ ਯੂਜ਼ ਕੀਤਾ ਸੀ ਉੱਥੇ ਮੈਂ ਸ਼ੋ ਕੀਤਾ ਸੀ ਰੈਜ਼ਿਸਟਰ ਦਾ ਸਿੰਬਲ ਦੈਨ ਵੇਰੀਏਬਲ ਰੈਜ਼ਿਸਟਰ ਦਾ ਸਿੰਬਲ। ਸੋ ਵੇਰੀਏਬਲ ਰੈਜ਼ਿਸਟਰ ਕੀ ਹੈ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਵੇਰੀਏਬਲ ਰੈਜ਼ਿਸਟਰ। ਸੋ ਉਹਦੇ ਨਾਲ ਕੀ ਹੈ ਆਪਾਂ ਕਰੰਟ ਦੀ ਵੈਲਿਊ ਨੂੰ ਰੈਗੂਲੇਟ ਕਰ ਸਕਦੇ ਹਾਂ ਮਤਲਬ ਕੰਟਰੋਲ ਕਰ ਸਕਦੇ ਹਾਂ ਕਿਸੇ ਸਰਕਟ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰੇ ਮਤਲਬ ਆਪਣੀ ਮਰਜ਼ੀ ਦੇ ਅਕੋਰਡਿੰਗਲੀ ਕਰੇ ਔਰ ਆਪਾਂ ਉੱਥੇ ਕੀ ਫਿਕਸ ਕਰਾਂਗੇ ਇੱਕ ਰੈਜ਼ਿਸਟਰ ਫਿਕਸ ਕਰਾਂਗੇ ਜਿਹਨੂੰ ਕਿ ਆਪਾਂ ਵੇਰੀਏਬਲ ਰੈਜ਼ਿਸਟਰ ਬੋਲਦੇ ਹਾਂ। ਸੋ ਅਗਰ ਡਿਫਾਈਨ ਕਰਨਾ ਹੋਵੇ ਵੇਰੀਏਬਲ ਰੈਜ਼ਿਸਟਰ ਨੂੰ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਦੈਟ ਇਟ ਇਜ਼ ਅ ਕੰਪੋਨੈਂਟ ਇੱਕ ਕੰਪੋਨੈਂਟ ਹੈ ਜੋ ਕਿ ਆਪਾਂ ਯੂਜ਼ ਕਰਦੇ ਹਾਂ ਟੂ ਰੈਗੂਲੇਟ ਦਾ ਕਰੰਟ ਇਨ ਐਨੀ ਸਰਕਟ ਵਿਦਾਊਟ ਚੇਂਜਿੰਗ ਦਾ ਵੋਲਟੇਜ ਸੋਰਸ। ਮਤਲਬ V ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ ਸਿਰਫ ਆਪਾਂ ਕੀ ਹੈ ਕਰੰਟ ਦੀ ਵੈਲਿਊ ਨੂੰ ਵਧਾਉਣਾ ਹੈ ਜਾਂ ਘਟਾਉਣਾ ਹੈ ਔਰ ਕਿਸ ਤਰ੍ਹਾਂ ਕਰਾਂਗੇ ਇੱਕ ਵੇਰੀਏਬਲ ਰੈਜ਼ਿਸਟਰ ਯੂਜ਼ ਕਰਕੇ। ਉਸ ਟਾਈਮ ਸਿੰਬਲਸ ਦੀ ਗੱਲ ਕਰਦੇ ਹੋਏ ਮੈਂ ਰਿਓਸਟੈਟ ਦੀ ਵੀ ਗੱਲ ਕੀਤੀ ਸੀ। ਸੋ ਵੇਰੀਏਬਲ ਰੈਜ਼ਿਸਟਰ ਦੇ ਅੰਦਰ ਕੀ ਹੈ ਰਿਓਸਟੈਟ ਉਹਦੇ ਅੰਦਰ ਹੀ ਆਉਂਦਾ ਹੈ। ਰਿਓਸਟੈਟ ਨੂੰ ਆਪਾਂ ਜਨਰਲੀ ਸਰਕਟਸ ਦੇ ਵਿੱਚ ਯੂਜ਼ ਕਰਦੇ ਹਾਂ ਟੂ ਚੇਂਜ ਦਾ ਰੈਜ਼ਿਸਟੈਂਸ। ਸੋ ਬਾਰ-ਬਾਰ ਬੋਲਾਂਗੀ ਟੂ ਚੇਂਜ ਦਾ ਰੈਜ਼ਿਸਟੈਂਸ। ਸੋ ਉਹਦੇ ਨਾਲ ਰੈਜ਼ਿਸਟੈਂਸ ਚੇਂਜ ਹੋਏਗੀ ਰੈਜ਼ਿਸਟੈਂਸ ਦੇ ਚੇਂਜ ਹੋਣ ਦੇ ਨਾਲ ਕਰੰਟ ਚੇਂਜ ਹੋਏਗਾ। ਸੋ ਕਦੇ ਵੀ ਇਦਾਂ ਨਹੀਂ ਬੋਲਣਾ ਕਿ ਰਿਓਸਟੈਟ ਇਜ਼ ਯੂਜ਼ਡ ਟੂ ਚੇਂਜ ਦਾ ਕਰੰਟ। ਸੋ ਇਵੈਂਚੁਅਲੀ ਤਾਂ ਵੈਸੇ ਕਰੰਟ ਹੀ ਚੇਂਜ ਹੋ ਰਿਹਾ ਹੈ ਲੇਕਿਨ ਰਿਓਸਟੈਟ ਦਾ ਜੋ ਬੇਸਿਕ ਫੰਕਸ਼ਨ ਹੈ ਉਹਦੇ ਨਾਲ ਕੀ ਹੋਏਗਾ ਰਿਓਸਟੈਟ ਇਜ਼ ਯੂਜ਼ਡ ਇਨ ਦਾ ਸਰਕਟ ਟੂ ਚੇਂਜ ਦਾ ਅਮਾਊਂਟ ਆਫ ਰੈਜ਼ਿਸਟੈਂਸ। ਰੈਜ਼ਿਸਟੈਂਸ ਦੇ ਚੇਂਜ ਹੋਣ ਦੇ ਨਾਲ ਬਿਕੋਜ਼ ਇੱਥੇ ਮੈਂ ਸ਼ੋ ਕੀਤਾ ਹੈ ਕਰੰਟ ਡਿਪੈਂਡੈਂਟ ਹੈ ਰੈਜ਼ਿਸਟੈਂਸ ਦੇ ਉੱਪਰ ਰੈਜ਼ਿਸਟੈਂਸ ਚੇਂਜ ਹੋਈ ਡਿਊ ਟੂ ਰਿਓਸਟੈਟ ਉਹਦੇ ਨਾਲ ਕੀ ਹੈ ਐਂਡ ਤੇ ਕਰੰਟ ਦੀ ਵੈਲਿਊ ਕੀ ਹੋਏਗੀ ਚੇਂਜ ਹੋਏਗੀ। ਸੋ ਇਹ ਕੀ ਸੀ ਜੋ ਆਪਾਂ ਪਹਿਲੇ ਗੱਲ ਕੀਤੀ ਸੀ ਵੇਰੀਏਬਲ ਰੈਜ਼ਿਸਟਰ ਦੀ ਉਹਦਾ ਕੀ ਮਤਲਬ ਹੈ ਔਰ ਰਿਓਸਟੈਟ ਉਹਦਾ ਕੀ ਮਤਲਬ ਹੈ। ਸੋ ਇਹ ਪਾਰਟ ਆਪਣਾ ਰੈਜ਼ਿਸਟੈਂਸ ਦੇ ਨਾਲ ਰਿਲੇਟਡ ਇੱਥੇ ਤੱਕ ਹੀ ਹੈ। ਹੁਣ ਰੈਜ਼ਿਸਟੈਂਸ ਤੋਂ ਬਾਅਦ ਅਗਰ ਆਪਾਂ ਸੋਚੀਏ ਕਿ ਡਿਫਰੈਂਟ ਕੰਪੋਨੈਂਟਸ ਹਨ ਆਪਣੇ ਕੋਲ ਜਿਵੇਂ ਕੋਈ ਜ਼ਿਆਦਾ ਪਾਰ ਵਾਲਾ ਬਲਬ ਲੈ ਲਈਏ ਘੱਟ ਪਾਰ ਵਾਲਾ ਬਲਬ ਲੈ ਲਈਏ ਜਾਂ ਕੋਈ ਵਾਇਰ ਨਾਈਕ੍ਰੋਮ ਵਾਇਰ ਲੈ ਲਈਏ ਜੋ ਡਿਫਰੈਂਟ ਕੰਪੋਨੈਂਟਸ ਹਨ ਜੋ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੋਏਗੀ ਉਹ ਸੇਮ ਹੋਏਗੀ ਡਿਫਰੈਂਟ ਹੋਏਗੀ ਔਰ ਕਿੰਨੀ ਡਿਫਰੈਂਟ ਹੋਏਗੀ ਕਿੰਨੀ ਨਹੀਂ ਹੋਏਗੀ ਇਹ ਸਾਰੇ ਕੁਐਸਚਨਸ ਦਾ ਕੀ ਆਨਸਰ ਹੋ ਸਕਦਾ ਹੈ। ਸੋ ਉਹਦੇ ਲਈ ਆਪਾਂ ਅਗਰ ਇੱਕ ਸਰਕਟ ਲਈਏ ਸਿੰਪਲ ਜਿਹਾ ਸਰਕਟ ਹੈ ਜਸਟ ਇੱਕ ਬੈਟਰੀ ਸ਼ੋ ਕਰ ਰਹੀ ਹਾਂ पॉजिटिव और नेगेटिव की एमीटर एक्स वाई पॉइंट्स। सो ये मैं खाली रखा है इत्थे भी हजे की है ਆਪਾਂ की ਨੂੰ क्लोज नहीं करते। सो की हजे की है ओपन है। सो सिंपल की है ਇਹਦੇ ਵਿੱਚ कुछ भी नहीं है। मैं बैटरी शो की है एमीटर लगाया है ताकि पता लग सके कि कितना करंट फ्लो करेगा सर्किट के थ्रू और एक्स वाई ये जगह की है खाली रखी है नाल एक की लगाई है। सो एक्स वाई इत्थे की है आप की है डिफरेंट कंपोनेंट्स ਨੂੰ ਕੀ ਇੱਥੇ इंसर्ट करांगे मीनस डिफरेंट जो कंडक्टिंग एलिमेंट्स होंगे। मान लो आप दो बल्ब ले लीए अलग अलग एक कोई टॉर्च बल्ब ले लीए छोटा जा टॉर्च बल्ब ले लीए एक कोई 10 वॉट का बल्ब ले लीए या फिर कोई वायर ले लीए नाइक्रोम वायर यूज़ कर लीए। सो डिफरेंट आप इलैक्ट्रिकल कंडक्टिंग एलिमेंट्स लीए और इत्थे आप की करेंगे उन्होंने प्लेस करिए। सो वन बाय वन। सो मान लो पहले आप नाइक्रोम वायर यूज़ की इत्थे अटैच करन तो बाद आप की इंसर्ट करेंगे। दैट इज़ वाई मैं इत्थे की भी इंसर्ट नहीं की है बिकॉज इस टाइम इत्थे मैं कुछ भी इंसर्ट नहीं किया है बिकॉज आप डिफरेंट चीज़ां यूज़ करनियां हैं। मान लो पहले नाइक्रोम वायर इंसर्ट की सो दोनों टर्मिनल्स अटैच करांगे की इंसर्ट करांगे फिर डायरेक्शन ऑफ करंट शो करांगे अदरवाइज डायरेक्शन ऑफ करंट इत्थे आप शो नहीं कर रहे। सो सिंपली की है जस्ट दिखाने के लिए कि आप किदां दा सर्किट ले सकते हैं। उहदे विच एक आप कोई भी कंडक्टिंग एलीमेंट लगाया दैन वी हैव टू नोट द वैल्यू ऑफ करंट।
ठीक है। उसी तरह आप की है कोई होर एलीमेंट यूज़ करिए, कंडक्टिंग एलीमेंट यूज़ करिए, जिवें एक बल्ब लै लिया 10 वॉट का बल्ब लै लीए, सो ਉਹਦੇ ਨਾਲ ਕੀ ਹੈ करंट ਦੀ वैल्यू नोट करिए। टॉर्च बल्ब ਲੈ ਲਈਏ जो छोटा ਜਿਹਾ ਹੁੰਦਾ ਹੈ, सो ਉਹਦੀ वैल्यू की नोट करिए। ਇਹ नोट ਕਰਨ ਦਾ ਕੀ मतलब है, जब आप नोट करांगे दैन अपने को ਜਿਹੜੀਆਂ करंट ਦੀਆਂ वैल्यूज़ आ रही हैं वो की आएंगे डिफरेंट वैल्यूज़ आएंगियां। सो करंट की वैल्यू डिफरेंट आने का की मतलब है, ਹੁਣ ਆਪਾਂ ਨੂੰ पता है कि इलैक्ट्रिक करंट ਆਪਾਂ की बोलते हैं, इलैक्ट्रिक करंट कॉन्स्टिट्यूट्स द फ्लो ऑफ चार्ज। और ਆਪਾਂ ਕਿਹੜੇ चार्ज की गल कर रहे हैं इत्थे, इलैक्ट्रॉन्स की। सो फ्लो ऑफ चार्ज बेसिकली ਕਿਹੜੇ चार्ज की गल कर रहे हैं ਆਪਾਂ इत्थे, फ्लो ऑफ इलैक्ट्रॉन्स की। सो ਹੁਣ बिकॉज वैल्यू डिफरेंट आ रही है, दैट मीनस सब ਦੇ ਵਿੱਚ ਜਿਹੜਾ फ्लो ऑफ चार्ज है वो बिल्कुल सेम तरीके ਨਾਲ नहीं हो रहा। सो ਜਿਹੜੇ इलैक्ट्रॉन्स हैं वो जो कंडक्टिंग मटीरियल ਦੇ ਵਿੱਚ ट्रैवल कर रहे हैं, सो की है मतलब सेम वे ਨਾਲ ट्रैवल नहीं कर रहे। कुछ कंपोनेंट्स हैं ਜਿਹੜੇ वो ईजी पाथ दे रहे हैं इलैक्ट्रॉन्स ਨੂੰ फ्लो ਕਰਨ ਦੇ ਲਈ, ताकि अपने को ਜਿਹੜੀ करंट ਦੀ वैल्यू है एप्रीशिएबल कुछ एप्रोप्रिएट वैल्यू आ रही है। सो कुछ कंपोनेंट्स की हैं वो ईजी पाथ नहीं दे रहे हैं ਉਹਨੂੰ इलैक्ट्रॉन्स ਨੂੰ फ्लो ਕਰਨ ਦੇ ਲਈ, ਜਿਹਦੇ ਨਾਲ ਆਪਣੇ ਕੋਲ ਕੀ ਹੈ करंट ਦੀ वैल्यू ਘੱਟ आ रही है। सो इलैक्ट्रॉन्स की हैं डिफरेंट कंपोनेंट्स ਦੇ ਲਈ अलग-अलग की है ਉਹਨੂੰ अलग-अलग रिटार्डेशन फेस करनी पैंदी है। रिटार्डेशन मीनस रुकावट। सो रिटार्डेशन कितना फेस करते हैं, जिवें वो मटीरियल ਦੇ ਵਿੱਚੋਂ ਪਾਸ ਹੋ ਰਹੇ ਹਨ, ਦੈਨ ਉਹਦੇ ਵਿੱਚ ਐਟਮਸ ਵੀ ਪ੍ਰੈਜ਼ੈਂਟ ਹਨ, ਦੈਨ ਐਟਮਸ ਦੇ ਨਾਲ ਜੋ ਇਲੈਕਟ੍ਰॉन्स ਦੀ ਇੰਟਰੈਕਸ਼ਨ ਹੈ, ਸੋ ਉਹ ਕੀ ਹਨ ਅਟਰੈਕਸ਼ਨ ਫੀਲ ਕਰਦੇ ਹਨ। ਆਪਾਂ ਨੂੰ ਪਤਾ ਹੀ ਹੈ ਕਿ ਐਟਮ ਦੇ ਵਿੱਚ ਸੈਂਟਰ 'ਚ ਨਿਊਕਲੀਅਸ ਹੈ, ਉਹਦੇ ਵਿੱਚ ਕੀ ਹੈ ਪੋਜ਼ਿਟਿਵ ਚਾਰਜ ਹੈ, ਸੋ ਪ੍ਰੋਟੋਨਸ ਹਨ। ਸੋ ਇਲੈਕਟ੍ਰॉन्स ਕੀ ਹਨ, ਦੇ ਫੀਲ ਅਟਰੈਕਸ਼ਨ ਟੁਵਰਡਸ ਦੈਟ ਐਟਮਸ। ਸੋ ਉਸ ਅਟਰੈਕਸ਼ਨ ਕਰਕੇ ਉਹਨਾਂ ਨੂੰ ਰਿਟਾਰਡੇਸ਼ਨ ਫੀਲ ਕਰਨੀ ਪੈਂਦੀ ਹੈ। ਸੋ ਉਹ ਰਿਟਾਰਡੇਸ਼ਨ ਕੀ ਹੈ डिफरेंट ਕੰਪੋਨੈਂਟਸ ਦੇ ਵਿੱਚ डिफरेंट ਹੁੰਦੀ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ कि ਜਿਹੜੇ इलैक्ट्रॉन्स हैं और रिटार्डेशन फील करते हैं, और ਕਿਹੜੀ प्रॉपर्टी करके रिटार्डेशन फील करते हैं, उसी प्रॉपर्टी ਨੂੰ ਆਪਾਂ ਕੀ ਬੋਲਦੇ ਹਾਂ, रेजिस्टेंस ਬੋਲਦੇ ਹਾਂ। सो रेजिस्टेंस ਦੀ ਜਿਹੜੀ वैल्यू है अलग-अलग कंडक्टिंग एलीमेंट्स ਦੇ ਲਈ सेम नहीं ਹੁੰਦੀ, सो ਉਹ ਕੀ ਕਰਦੀ ਹੈ, वेरी करती है। सो ਇੱਥੋਂ अगर ਆਪਾਂ मेनली ब्रॉडली ਜੇ क्लासीफाई करना ਹੋਵੇ, दैन ਆਪਾਂ फर्स्ट मैं बोलन जा रही हाँ कि अगर कोई कंपोनेंट है अपने को, अ कंपोनेंट ऑफ अ गिवन साइज जिहदी रेजिस्टेंस की वैल्यू की है ज़्यादा नहीं है, वेरी लो रेजिस्टेंस है। सो एनी कंपोनेंट of given size having low value of resistance, उसमें आप की बोलेंगे that component will be a good conductor of current। so good conductor means आप resistance दे basis दे ऊपर की है अलग अलग चीज़ों अलग अलग components को classify कर सकते हैं। so कोई component गिवन साइज़ मीनस जिन्ने भी कंपोनेंट्स की गल करांगे सारे सेम साइज़ दे ही ले रहे हैं। गिवन साइज़ मीनस आप एक साइज़ सोच लिया है कि इसी साइज़ दे आप सारे कंपोनेंट्स की गल कर रहे हैं। कंपोनेंट्स ऑफ गिवन साइज़ हैविंग लो वैल्यू ऑफ रेजिस्टेंस घट है, मीनस वो फ्लो ऑफ चार्ज ज़्यादा हो रहा है, करंट भी ज़्यादा फ्लो कर रहा है, सो उन्होंने आप की बोलते हैं गुड कंडक्टर बोलते हैं। सैकेंडली अगर आप गल करिए कि एनी कंडक्टर, सो एनी कंडक्टर, हुण कंडक्टर वर्ड यूज़ किया है, कंडक्टर मीनस इलैक्ट्रिसिटी या करंट तो वो कंडक्ट कर ही रहा है। एनी कंडक्टर ऑफ सेम साइज या गिवन साइज हैविंग एप्रीशिएबल की होंगी है कि बहुत घट ना हो, नेगलीजिबल जी वैल्यू नहीं है, कुछ है मतलब बहुत घट वैल्यू नहीं है, नोटिसेबल वैल्यू है। सो हैविंग एप्रीशिएबल वैल्यू ऑफ रेजिस्टेंस, एप्रीशिएबल वैल्यू ऑफ रेजिस्टेंस, उसनों आप की बोलते हैं दैट कंडक्टर इज़ कॉल्ड रजिस्टर। सो हुणी मैं रजिस्टर की गल की सी, और उत्थे मैं बोलिया सी कि इस तो बाद मैं डिफाइन करांगी कि रजिस्टर किस चीज़ को बोलते हैं कि कोई कंडक्टर है और वो कुछ एप्रीशिएबल वैल्यू ऑफ रेजिस्टेंस है, मीनस करंट फ्लो कर भी रहा है लेकिन नाल दे नाल कुछ रेजिस्टेंस भी की है एक्ट कर रही है, दैन उसनों आप की बोलते हैं रजिस्टर बोलते हैं। सो ये सी दूसरी गल। इस तो बाद अगर आप सेम इसी तरह डिफाइन करिए कि एनी कॉम्पोनेंट of given size having नपा लो दी या स्मॉल वैल्यू की गल कर ली, हुण हैविंग लार्ज वैल्यू ऑफ रेजिस्टेंस, दैन उस कंपोनेंट में आप की बोलांगे वो की होएगा, दैट विल बी अ पुअर कंडक्टर। सो वो सारे कंपोनेंट्स हों जिन्हों के अपने को रेजिस्टेंस की वैल्यू की है बहुत ज़्यादा है, लार्ज है, दैन उन्होंने आप की बोलते हैं पुअर कंडक्टर्स बोलते हैं। इस तो इलावा कि अगर अपने को किसी कंपोनेंट के रेजिस्टेंस की वैल्यू बहुत ही ज़्यादा है, मीनस लार्ज वैल्यू नाल भी मीनस वेरी हायर वैल्यू ऑफ रेजिस्टेंस इज़ देयर, दैन उस कंपोनेंट को आप की नाम देंगे हाँ, दैट इज़ कॉल्ड इंसुलेटर्स। सो तुसीं सुनिया भी होएगा इंसुलेटर्स बारे,
ਸੋ ਇਨਸੂਲੇਟਰ ਕੀ ਹੈ, ਜਿਹਦੇ ਵਿੱਚ ਰੈਜ਼ਿਸਟੈਂਸ ਦੀ ਵੈਲਿਊ ਕੀ ਹੈ, ਵੈਰੀ 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 ਲਾਰਜ ਹੈ, ਬਹੁਤ ਜ਼ਿਆਦਾ ਰੈਜ਼ਿਸਟੈਂਸ ਹੋਏਗੀ, ਦੈਨ ਉਸ ਕੰਪੋਨੈਂਟ ਨੂੰ ਆਪਾਂ ਕੀ ਨਾਮ ਦਿੱਤਾ ਹੈ, ਇਨਸੂਲੇਟਰ ਦਾ ਨਾਮ ਦਿੱਤਾ ਹੈ। ਸੋ ਇੱਥੇ ਹੁਣ ਆਪਾਂ ਕੀ ਦੇਖਿਆ ਕਿ ਰੈਜ਼ਿਸਟੈਂਸ ਦੀ ਵੈਲਿਊ ਅਲੱਗ-ਅਲੱਗ ਡਿਵਾਈਸਿਸ ਦੇ ਲਈ ਹੈ, ਅਲੱਗ-ਅਲੱਗ ਐਲੀਮੈਂਟਸ ਦੇ ਲਈ ਕੀ ਹੈ, ਕੰਡਕਟਿੰਗ ਐਲੀਮੈਂਟਸ ਦੇ ਲਈ ਸੇਮ ਨਹੀਂ ਹੈ। ਸੋ ਉਹਦੇ ਬੇਸਿਸ ਤੇ ਆਪਾਂ ਕੀ ਹੈ, ਉਹਨਾਂ ਨੂੰ ਕਲਾਸੀਫਾਈ ਕਰ ਦਿੱਤਾ। ਸੋ ਕਲਾਸੀਫਿਕੇਸ਼ਨ ਦੇ ਵਿੱਚ ਮੈਂ ਕੀ ਹੈ, 4 ਚੀਜ਼ਾਂ ਲਈਆਂ। ਇੱਕ ਤਾਂ ਜਦ ਲੋ ਵੈਲਿਊ ਆਫ ਰੈਜ਼ਿਸਟੈਂਸ ਹੈ, ਦੈਨ ਉਹ ਸਾਰੇ ਕੰਪੋਨੈਂਟਸ ਨੂੰ ਆਪਾਂ ਕੀ ਬੋਲਦੇ ਹਾਂ, ਦੇ ਆਰ ਦ ਗੁੱਡ ਕੰਡਕਟਰਸ ਆਫ ਕਰੰਟ ਜਾਂ ਫਿਰ ਇਲੈਕਟ੍ਰਿਸਿਟੀ। ਦੈਨ ਅਗਰ ਕੁਝ ਐਪਰੀਸ਼ੀਏਬਲ ਵੈਲਿਊ ਹੈ, ਮੀਨਸ ਕੰਡਕਟ ਵੀ ਕਰ ਰਿਹਾ ਹੈ, ਕਰੰਟ ਪਾਸ ਕਰ ਰਿਹਾ ਹੈ। ਮੋਸਟ ਆਫ ਦ ਅਪਲਾਇੰਸਿਸ ਆਪਣੇ ਇੱਦਾਂ ਹੀ ਹੁੰਦੇ ਹਨ ਕਿ ਕਰੰਟ ਪਾਸ ਹੋ ਰਿਹਾ ਹੁੰਦਾ ਹੈ, ਲੇਕਿਨ ਉਹਦੇ ਵਿੱਚ ਕੀ ਹੈ, ਕੁਝ ਐਪਰੀਸ਼ੀਏਬਲ ਵੈਲਿਊ ਵੀ ਹੁੰਦੀ ਹੈ ਰੈਜ਼ਿਸਟੈਂਸ ਦੀ, ਉਹਨਾਂ ਨੂੰ ਆਪਾਂ ਕੀ ਹੈ, ਰੈਜ਼ਿਸਟਰਸ ਦਾ ਨਾਮ ਦਿੰਦੇ ਹਾਂ। ਦੈਨ ਦ ਕੰਪੋਨੈਂਟਸ ਆਫ ਦ ਸੇਮ ਸਾਈਜ਼, ਜਿਨ੍ਹਾਂ ਦੇ ਵਿੱਚ ਰੈਜ਼ਿਸਟੈਂਸ ਦੀ ਵੈਲਿਊ ਕੀ ਹੋਵੇ, ਲਾਰਜ ਹੋਵੇ, ਉਹਨਾਂ ਨੂੰ ਆਪਾਂ ਕੀ ਬੋਲਾਂਗੇ, ਦੇ ਵਿਲ ਬੀ ਦ ਪੂਅਰ ਕੰਡਕਟਰਸ, ਬਿਕੋਜ਼ ਰੈਜ਼ਿਸਟੈਂਸ ਜ਼ਿਆਦਾ ਹੋਣ ਦਾ ਮਤਲਬ ਕੀ ਹੈ, ਉਹਨਾਂ ਨੂੰ ਜਿਹੜੀ ਰੋਕ ਹੈ, ਮਤਲਬ ਜੋ ਰਿਟਾਰਡੇਸ਼ਨ ਮਿਲ ਰਹੀ ਹੈ, ਉਹ ਜ਼ਿਆਦਾ ਮਿਲ ਰਹੀ ਹੈ। ਸੋ ਦੈਟ ਇਜ਼ ਵਾਈ ਪੂਅਰ ਕੰਡਕਟਰਸ। ਔਰ ਲਾਸਟਲੀ ਅਗਰ ਰੈਜ਼ਿਸਟੈਂਸ ਦੀ ਵੈਲਿਊ ਬਹੁਤ ਹੀ ਜ਼ਿਆਦਾ ਹੋਵੇ, ਸੱਚ ਦੈਟ ਕਿ ਕਰੰਟ ਆਪਣਾ ਕੀ ਹੈ, ਫਲੋ ਹੀ ਨਹੀਂ ਕਰ ਰਿਹਾ, ਦੈਨ ਦੈਟ ਕੰਪੋਨੈਂਟ, ਉਸਨੂੰ ਆਪਾਂ ਕੀ ਨਾਮ ਦਿੱਤਾ ਹੈ, ਦੈਟ ਆਰ ਕਾਲਡ ਇਨਸੂਲੇਟਰਸ। ਸੋ ਰੈਜ਼ਿਸਟੈਂਸ ਦੇ ਬੇਸਿਸ ਤੇ ਕਲਾਸੀਫਿਕੇਸ਼ਨ ਸੀ। ਹੁਣ ਆਪਾਂ ਅੱਗੇ ਇੱਕ ਚੀਜ਼ ਪੜਾਂਗੇ, ਦੈਟ ਇਜ਼ ਦ ਫੈਕਟਰਸ ਅਫੈਕਟਿੰਗ ਰੈਜ਼ਿਸਟੈਂਸ। ਸੋ ਮਤਲਬ ਕੁਝ ਚੀਜ਼ਾਂ ਹਨ ਜਿਨ੍ਹਾਂ ਦੇ ਉੱਪਰ ਕੀ ਆਪਣੀ ਰੈਜ਼ਿਸਟੈਂਸ ਡਿਪੈਂਡ ਕਰ ਰਹੀ ਹੈ। ਸੋ ਰੈਜ਼ਿਸਟੈਂਸ, ਜਿਵੇਂ ਕਿ ਮੈਂ ਕਿਹਾ ਕਿ ਅਲੱਗ-ਅਲੱਗ ਕੰਪੋਨੈਂਟਸ ਹਨ, ਅਲੱਗ-ਅਲੱਗ ਆਪਾਂ ਐਲੀਮੈਂਟਸ ਲਏ, ਉਹਨਾਂ ਦੀ ਜਿਹੜੀ ਕੰਡਕਟਿੰਗ ਐਲੀਮੈਂਟਸ ਦੀ ਰੈਜ਼ਿਸਟੈਂਸ ਆ ਰਹੀ ਸੀ, ਡਿਫਰੈਂਟ ਆ ਰਹੀ ਸੀ, ਲੇਕਿਨ ਡਿਫਰੈਂਟ ਕਿਉਂ ਆ ਰਹੀ ਸੀ, ਮਤਲਬ ਰੈਜ਼ਿਸਟੈਂਸ ਕਿਸੇ ਫੈਕਟਰ ਤੇ ਡਿਪੈਂਡ ਕਰਦੀ ਹੋਏਗੀ, ਤਾਂ ਹੀ ਉਹਨਾਂ ਦੀ ਰੈਜ਼ਿਸਟੈਂਸ ਡਿਫਰੈਂਟ ਹੈ। ਸੋ ਆਪਾਂ ਹੁਣ ਉਹ ਵਾਲੇ ਫੈਕਟਰਸ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਉੱਪਰ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ। ਸੋ ਦ ਫੈਕਟਰਸ ਇਨਫਲੂਐਂਸਿੰਗ, ਲਿਖ ਲਓ ਇਨਫਲੂਐਂਸਿੰਗ ਰੈਜ਼ਿਸਟੈਂਸ, ਜਾਂ ਫਿਰ ਕੋਈ ਹੋਰ ਵਰਡ, ਜਸਟ ਆਪਾਂ ਹੀ ਦੱਸ ਰਹੇ ਹਾਂ ਕਿ ਕਿਹੜੇ ਫੈਕਟਰਸ ਦੇ ਨਾਲ ਰੈਜ਼ਿਸਟੈਂਸ ਦੇ ਵਿੱਚ ਕੀ ਹੈ, ਚੇਂਜ ਆਉਂਦੀ ਹੈ। ਰੈਜ਼ਿਸਟੈਂਸ, ਓਕੇ। ਸੋ ਸਿਮਿਲਰਲੀ ਇਹਦੇ ਵਿੱਚ ਵੀ ਆਪਾਂ ਕੀ ਹੈ, ਅਗਰ ਇੱਕ ਸਰਕਟ ਲਈਏ, ਸੇਮ ਸਰਕਟ ਜੋ ਮੈਂ ਪਹਿਲੇ ਇੱਥੇ ਡਰਾ ਕੀਤਾ ਸੀਗਾ, ਮੈਂ ਦੁਬਾਰਾ ਕਰ ਰਹੀ ਹਾਂ। ਐਮੀਟਰ, ਸੋ ਪਲੱਸ ਨੂੰ ਪਲੱਸ ਦੇ ਨਾਲ ਹੀ ਜੁਆਇਨ ਕਰਨਾ ਹੈ। ਦੈਨ ਅਗੇਨ ਇੱਥੇ XY ਟੂ ਕਨੈਕਟ, ਇੱਥੇ ਕੀ, ਓਕੇ। ਅਗੇਨ ਹੁਣ ਆਪਾਂ ਕੀ ਕਰਾਂਗੇ, ਇਹਦੇ ਵਿੱਚ ਡਿਫਰੈਂਟ ਐਲੀਮੈਂਟਸ ਜੁਆਇਨ ਕਰਾਂਗੇ ਔਰ ਚੈੱਕ ਕਰਾਂਗੇ ਕਿ ਕਿਹੜੇ ਫੈਕਟਰਸ ਦੇ ਨਾਲ ਆਪਣੀ ਰੈਜ਼ਿਸਟੈਂਸ ਦੇ ਵਿੱਚ ਚੇਂਜ ਆਇਆ। ਸੋ ਅਗਰ ਇੱਥੇ ਮੈਂ ਲਿਖਣਾ ਹੋਵੇ, ਫਰਸਟਲੀ ਆਪਾਂ ਲੈ ਰਹੇ ਹਾਂ ਇੱਕ ਨਾਈਕ੍ਰੋਮ ਵਾਇਰ ਆਫ ਲੈਂਥ L। ਸੋ L ਲੈਂਥ ਕੁਝ ਵੀ ਹੋ ਸਕਦੀ ਹੈ, ਸੋ ਜਨਰਲੀ ਮੈਂ ਲਿਖ ਲਿਆ L। ਸੈकेंडली अगर आप यूज़ करिए, नाइक्रोम वायर ही यूज़ कर रहे हैं, नाइक्रोम वायर ऑफ लेंथ 2L। सो हुण इस बार की है आप डबल लेंथ वाली वायर यूज़ करांगे, लेकिन वो जो एरिया ऑफ क्रॉस सेक्शन है, मीन्स जो थिकनेस है वो सेम है। सो थिकनेस इज सेम। देन थर्डली नेक्स्ट टाइम की करिए आप लेंथ सेम ले लीए और थिकनेस की है चेंज। सो नाइक्रोम वायर ऑफ ग्रेटर थिकनेस, ग्रेटर थिकनेस का की मतलब है कि जो एरिया ऑफ क्रॉस सैक्शन होएगा, मीनस अगर एक पतली वायर है एक मोटी वायर है, दैन ओबवियसली जो एरिया ऑफ क्रॉस सैक्शन होएगा वो की होएगा ज़्यादा होएगा। जिवें कि एरिया ऑफ क्रॉस सैक्शन मैं तुहानूं की दस्सिया सीगा कि जो एरिया एक्सपोज हो रहा है, जिवें एक अपने कोले चौक है, जिवें इनू वायर दे नाल कंपेयर कर सकते हैं। सो ग्रेटर थिकनेस मीनस ज़्यादा मोटी वायर है, दैन वो जो एरिया ऑफ क्रॉस सैक्शन है जो एक्सपोज हो रही है सरफेस, वो भी की होएगी ज़्यादा होएगी। सो ग्रेटर थिकनेस, या फिर इदा भी लिख सकते हैं मोर एरिया ऑफ क्रॉस सैक्शन। ओके, बट इस केस में आप जी लेंथ है वो सेम ले रहे हैं। सो नाइक्रोम वायर ऑफ ग्रेटर थिकनेस बट सेम लेंथ L। और फोर्थ चीज़ अगर आप लीए, सो नाइक्रोम वायर की जगह मैं लिख रही हाँ कॉपर वायर और वो डायमेंशनस की ली है लेंथ सेम लेंथ, कॉपर वायर ऑफ लेंथ L एंड सेम थिकनेस मीनस जो आप फर्स्ट दे विच लई सी। सो यदी गल कर रहे हैं जो आप फर्स्ट दे विच नाइक्रोम वायर की लेंथ और थिकनेस लई सी, उही लेंथ और थिकनेस वाली आप की लवांगे कॉपर वायर लवांगे। सो हुण आप 1 बाय 1 की है चारों चीज़ों आप इत्थे की है ज्वाइन करांगे इन द स्पेस प्रोवाइडेड हेयर XY। सो सब तो पहले नाइक्रोम वायर जिहदी लेंथ L, दैन की इंसर्ट करांगे, करंट फ्लो करेगा, दैन आप रीडिंग लवांगे अपॉन द एमीटर।
ਸਿਮਿਲਰਲੀ ਦੈਨ ਉਹਨੂੰ ਰਿਮੂਵ ਕਰਕੇ ਨਾਈਕ੍ਰੋਮ ਵਾਇਰ ਆਫ ਲੈਂਥ 2L ਮੀਨਸ ਟਵਾਈਸ ਲੈਂਥ ਆਪਾਂ ਲਈ ਉਹਨੂੰ ਇੱਥੇ ਜੁਆਇਨ ਕੀਤਾ ਲੇਕਿਨ ਥਿਕਨੈਸ ਸੇਮ। ਥਰਡਲੀ ਆਪਾਂ ਕਿਹੜੀ ਵਾਇਰ ਲਵਾਂਗੇ ਜਿਹਦੇ ਵਿੱਚ ਆਪਣੀ ਥਿਕਨੈਸ ਜ਼ਿਆਦਾ ਹੈ, ਸੋ ਏਰੀਆ ਆਫ ਕ੍ਰਾਸ ਸੈਕਸ਼ਨ ਜ਼ਿਆਦਾ ਹੈ ਲੇਕਿਨ ਜਿਹੜੀ ਉਹਦੀ ਲੈਂਥ ਹੈ ਉਹ ਆਪਾਂ ਸੇਮ ਲੈ ਰਹੇ ਹਾਂ। ਔਰ ਫੋਰਥ ਕੇਸ ਕਿਹੜਾ ਲਵਾਂਗੇ, ਕਾਪਰ ਵਾਇਰ ਆਫ ਲੈਂਥ L ਐਂਡ ਸੇਮ ਥਿਕਨੈਸ ਮੀਨਸ ਇਹਦੇ ਨਾਲ ਕੰਪੇਅਰ ਕਰ ਰਹੇ ਹਾਂ ਕਿ ਜੋ ਆਪਾਂ ਫਰਸਟ ਕੇਸ ਦੇ ਵਿੱਚ ਨਾਈਕ੍ਰੋਮ ਵਾਇਰ ਲਈ ਸੀ ਉਨੀ ਹੀ ਲੈਂਥ ਔਰ ਉਨੀ ਹੀ ਥਿਕਨੈਸ ਦੀ ਆਪਾਂ ਕਾਪਰ ਵਾਇਰ ਇਨਸਰਟ ਕਰਾਂਗੇ ਔਰ ਆਪਾਂ ਕੀ ਹੈ ਰੀਡਿੰਗ ਲਵਾਂਗੇ ਐਮੀਟਰ ਦੀ ਰੀਡਿੰਗ। ਸੋ ਇਹ ਸਾਰੀਆਂ ਇਨਸਰਟ ਕਰਨ ਤੋਂ ਬਾਅਦ ਜੋ ਆਪਣੇ ਕੋਲ ਰਿਜ਼ਲਟ ਆਏਗਾ, ਇਨ ਦ ਰਿਜ਼ਲਟ ਵੀ ਵਿਲ ਸੀ ਜੋ ਐਮੀਟਰ ਰੀਡਿੰਗ ਆਏਗੀ। ਸੋ ਇੱਕ ਆਪਣੇ ਕੋਲ ਰੀਡਿੰਗ ਆ ਗਈ ਫਰਸਟ ਕੇਸ ਦੇ ਵਿੱਚ। ਦੈਨ ਅਗਰ ਆਪਾਂ ਕੰਪੇਅਰ ਕਰੀਏ ਸੈਕਿੰਡ ਵਾਲੀ ਰੀਡਿੰਗ ਨੂੰ, ਦੈਨ ਜਿਹੜੀ ਸੈਕਿੰਡ ਕੇਸ ਦੇ ਵਿੱਚ ਐਮੀਟਰ ਰੀਡਿੰਗ ਆਏਗੀ ਉਹ ਕੀ ਆਏਗੀ, ਐਮੀਟਰ ਰੀਡਿੰਗ। ਸੋ ਸੈਕਿੰਡ ਕੇਸ ਦੇ ਵਿੱਚ ਐਮੀਟਰ ਰੀਡਿੰਗ ਕੀ ਹੋਏਗੀ, ਜਦੋਂ ਆਪਾਂ ਲੈਂਥ 2L ਯੂਜ਼ ਕੀਤੀ ਦੈਨ ਐਮੀਟਰ ਰੀਡਿੰਗ ਹੋਏਗੀ ਆਪਣੀ ਵਿਲ ਬੀ ਹਾਫ ਆਫ दैट in the first case। सो पहले ਆਪਾਂ ਇਹ ਵਾਲੀ ਵਾਇਰ ਯੂਜ਼ ਕੀਤੀ, ਆਪਣੇ ਕੋਲ ਐਮੀਟਰ ਦੀ ਕੁਝ ਰੀਡਿੰਗ ਆਈ। ਸੈਕੰਡਲੀ ਆਪਾਂ ਕੀ ਹੈ ਨਾਈਕ੍ਰੋਮ ਵਾਇਰ ਯੂਜ਼ ਕੀਤੀ ਡਬਲ ਲੈਂਥ ਦੀ। ਜਦ ਡਬਲ ਲੈਂਥ ਦੀ ਵਾਇਰ ਯੂਜ਼ ਕਰਾਂਗੇ ਦੈਨ ਜੋ ਰੀਡਿੰਗ ਆਏਗੀ ਉਹ ਕੀ ਆਏਗੀ, ਦੈਟ ਵਿਲ ਬੀ ਹਾਫ ਆਫ ਦ ਵੈਲਿਊ ਦੈਟ ਵਾਜ਼ ਇਨ ਦ ਫਰਸਟ ਕੇਸ। ਉਸ ਤੋਂ ਬਾਅਦ ਜਦੋਂ ਆਪਾਂ ਤੀਜੇ ਕੇਸ ਦੇ ਵਿੱਚ ਸੇਮ ਲੈਂਥ ਦੀ ਵਾਇਰ ਲਈ ਲੇਕਿਨ ਆਪਾਂ ਹੁਣ ਇਸ ਟਾਈਮ ਕੀ ਉਹਦੀ ਥਿਕਨੈਸ ਵਧਾ ਦਿੱਤੀ। ਸੋ ਥਿਕਨੈਸ ਵਧਾਉਣ ਦੇ ਨਾਲ ਆਪਣੀ ਕੀ ਐਮੀਟਰ ਰੀਡਿੰਗ ਕੀ ਹੋਏਗੀ, ਅਗੇਨ ਇਟ ਵਿਲ ਇਨਕਰੀਜ਼। ਸੋ ਪਹਿਲੇ ਵਿੱਚ ਕੀ ਆਈ, ਇੱਕ ਕੋਈ ਵੈਲਿਊ ਆ ਗਈ ਮੀਨਸ ਆਪਣੇ ਕੋਲ ਕੁਝ ਵੀ ਵੈਲਿਊ ਆ ਸਕਦੀ ਹੈ। ਸੋ ਐਨੀ ਵੈਲਿਊ ਸੈਕਿੰਡ ਕੇਸ ਦੇ ਵਿੱਚ ਜੋ 2L ਲੈਂਥ ਯੂਜ਼ ਕਰਨ ਤੇ ਆਪਣੇ ਕੋਲ ਵੈਲਿਊ ਆਈ ਉਹ ਕੀ ਆਏਗੀ, ਫਰਸਟ ਵੈਲਿਊ ਦੇ ਹਾਫ ਆ ਰਹੀ ਹੈ। ਥਰਡ ਕੇਸ ਦੇ ਵਿੱਚ ਜੋ ਆਪਣੇ ਕੋਲ ਵੈਲਿਊ ਆ ਰਹੀ ਹੈ ਜਦੋਂ ਆਪਾਂ ਗ੍ਰੇਟਰ ਥਿਕਨੈਸ ਵਾਲੀ ਵਾਇਰ ਯੂਜ਼ ਕੀਤੀ ਉਹ ਕੀ ਆਏਗੀ, ਉਹ ਫਰਸਟ ਵਾਲੀ ਨਾਲੋਂ ਵੀ ਜ਼ਿਆਦਾ ਆਏਗੀ। ਔਰ ਫੋਰਥ ਕੇਸ ਦੇ ਵਿੱਚ ਜਦੋਂ ਆਪਾਂ ਕਾਪਰ ਵਾਇਰ ਯੂਜ਼ ਕਰ ਰਹੇ ਹਾਂ ਉਹਦੀ ਵੈਲਿਊ ਕੀ ਹੈ, ਉਹ ਵੀ ਡਿਫਰੈਂਟ ਆਏਗੀ ਐਜ਼ ਕੰਪੇਅਰ ਟੂ ਦੀ ਫਰਸਟ ਕੇਸ। ਸੋ ਇਹਦੇ ਨਾਲ ਆਪਾਂ ਕੀ ਦੇਖਿਆ, ਆਪਾਂ ਇਹਦੇ ਵਿੱਚ ਕੀ ਹੈ ਬੇਸਿਕਲੀ ਮਟੀਰੀਅਲ ਚੇਂਜ ਕੀਤਾ ਔਰ ਡਾਇਮੈਂਸ਼ਨਸ ਚੇਂਜ ਕੀਤੀਆਂ। ਸੋ ਅਗਰ ਕੰਪੇਅਰ ਕਰੀਏ ਸੈਕਿੰਡ ਕੇਸ ਦੇ ਵਿੱਚ ਆਪਾਂ ਲੈਂਥ ਚੇਂਜ ਕਰ ਰਹੇ ਸੀਗੇ, ਲੈਂਥ ਆਪਾਂ ਟਵਾਈਸ ਕਰ ਦਿੱਤੀ। ਥਰਡ ਕੇਸ ਦੇ ਵਿੱਚ ਆਪਾਂ ਲੈਂਥ ਸੇਮ ਰੱਖੀ ਹੈ, ਥਿਕਨੈਸ ਗ੍ਰੇਟਰ ਲਈ ਮੀਨਸ ਆਪਾਂ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਵਧਾ ਦਿੱਤਾ। ਸੋ ਇਹਦੇ ਵਿੱਚ ਕੀ ਹੈ ਆਪਾਂ ਥਿਕਨੈਸ ਦੀ ਗੱਲ ਕੀਤੀ, ਥਿਕਨੈਸ ਨੂੰ ਚੇਂਜ ਕੀਤਾ ਔਰ ਥਰਡ ਕੇਸ ਦੇ ਵਿੱਚ ਆਪਾਂ ਕੀ ਹੈ ਉਹਦੇ ਮਟੀਰੀਅਲ ਨੂੰ ਹੀ ਚੇਂਜ ਕਰ ਦਿੱਤਾ। ਸੋ ਤਿੰਨੋਂ ਕੇਸਿਸ ਦੇ ਵਿੱਚ ਆਪਣੇ ਕੋਲ ਜੋ ਵੈਲਿਊ ਆ ਰਹੀ ਹੈ ਐਮੀਟਰ ਦੀ ਜਾਂ ਫਿਰ ਜੋ ਕਰੰਟ ਦੀ ਵੈਲਿਊ ਆ ਰਹੀ ਹੈ ਤਿੰਨੋਂ ਕੇਸਿਸ ਦੇ ਵਿੱਚ ਹੀ ਡਿਫਰੈਂਟ ਆ ਰਹੀ ਹੈ। ਸੋ ਇੱਥੋਂ ਆਪਾਂ ਕੀ ਕੰਕਲੂਡ ਕਰ ਸਕਦੇ ਹਾਂ ਕਿ ਰੈਜ਼ਿਸਟੈਂਸ ਕਿਸ ਚੀਜ਼ ਉੱਪਰ ਡਿਪੈਂਡ ਕਰ ਰਹੀ ਹੈ। ਸੋ ਰੈਜ਼ਿਸਟੈਂਸ, ਸੋ ਵੀ ਕੈਨ ਰਾਈਟ ਰੈਜ਼ਿਸਟੈਂਸ ਆਫ ਅ ਕੰਡਕਟਰ depends upon so firstly ਕੀ ਲਿਖਾਂਗੇ, its length, its मतलब कंडक्टर ਦੀ length ਜਾਂ ਫਿਰ ਆਪਾਂ ਲਿਖ ਸਕਦੇ ਹਾਂ length of conductor। secondly ਜਿਵੇਂ ਕਿ thickness change ਕੀਤੀ, thickness change ਕਰਨ ਦੇ ਨਾਲ ਕੀ ਹੋਇਆ ਉਹਦਾ area of cross section। so secondly ਆਪਾਂ ਕੀ ਲਿਖਾਂਗੇ, area of cross section। और thirdly the material of conductor। ओके सो ये तीन चीज़ा हैं जो रेजिस्टेंस किसी भी कंडक्टर दी है तीन चीज़ों पर डिपेंड कर रही हैं, उसकी लेंथ के ऊपर, लेंथ ऑफ कंडक्टर, एरिया ऑफ क्रॉस सैक्शन ऑफ कंडक्टर एंड थर्डली की है मटीरियल ऑफ कंडक्टर। हम बहुत प्रिसाइज मेजरमेंट्स तो बाद इस तो बाद की है जिवें साइंटिस्ट ने कितने सारे एक्सपेरीमेंट्स परफॉर्म किए। सो उन्होंने प्रिसाइजली की है रेजिस्टेंस नूं दस्सिया कि इट इज़ डिपेंडेंट अपॉन द लेंथ एंड एरिया, प्लस ये भी दस्सिया कि किस तरह डिपेंड कर रही है, डायरैक्टली डिपेंड कर रही है या इनवर्सली डिपेंड कर रही है, मीनस कि किसी चीज़ के वधन नाल या घटन नाल रेजिस्टेंस ते की इफेक्ट पाएगा। सो प्रिसाइज मेजरमेंट्स तो बाद अपने कोल की रिजल्ट आया दैट रेजिस्टेंस जो है इट डायरेक्टली डिपेंड्स अपॉन द लेंथ ऑफ कंडक्टर। सो डायरेक्टली डिपेंड्स अपॉन द लेंथ एंड inversely dependent upon area of cross section, area of cross section। सो मटीरियल तो है ही है, मतलब अगर आप एक स्पैसीफिक कोई एक मटीरियल ले लिया, मान लो कॉपर वायर ले ली, सो उस केस के रेजिस्टेंस किहड़ियां चीज़ों पर डिपेंड करेगी, एक तो लेंथ के उपर डिपेंड कर रही है और एक एरिया ऑफ क्रॉस सैक्शन के उपर डिपेंड करेगा। सो ये चीज़ तो नाल चलेगी ही कि अगर आप कॉपर की जगह कोई होर वायर ले ली ऑबवियसली उस केस में की है रेजिस्टेंस चेंज करेगी। सो आप फिलहाल गल कर रहे हैं कि अगर आप मटीरियल सेम लीए दैन वो की है दो डिपेंडेंसीज रहनगियां। सो एक की है लेंथ और दूसरी की है एरिया ऑफ क्रॉस सेक्शन। और किस तरह डिपेंड कर रहा है रेजिस्टेंस, डायरेक्टली डिपेंड्स अपॉन द लेंथ। सो मैं इन्हू लिखांगी रेजिस्टेंस
dependent upon the length, so a direct dependence है. Inversely dependent upon the area of cross section ਦਾ ਕੀ ਮਤਲਬ ਹੈ, ਇਨਵਰਸ ਦੇ ਵਿੱਚ ਆਪਾਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਲਗਾ ਕੇ 1 over area of cross section. So ये होगी dependence, directly dependent upon the length and inversely dependent upon the area of cross section. So upon combining we can write, so इदा भी लिख सकते हैं कि directly depend कर रही है length के ऊपर और inversely depend कर रही है area of cross section के ऊपर. और finally अगर आप constant, so जो ये proportionality का sign है इन्हों हटाना होवे, then इत्थे की आएगा again एक constant of proportionality. So वो constant of proportionality की है ये चीज़. So we get कैपिटल R मीनस resistance is equal to this value और इनू आप की बोलते हाँ रो. सो रो इंटू L ओवर A. हम आप गल करिए रो दी, सो अपने को जो सिंबल आया है रो, सो इस चीज़ का की मतलब है रो जिन्हों आप लिखते हैं RH O दे नाल. सो इत्थों देखिए तो इत्थों आप की बोलेंगे इट इज़ द कांस्टेंट ऑफ प्रोपोर्शनैलिटी, मीनस प्रोपोर्शनैलिटी का साइन हटाने ते अपने को एक कांस्टेंट आया है, उन्होंने आप की बोल रहे हैं रो. एंड इट इज़ ऑल्सो कॉल्ड द इलैक्ट्रिकल रेजिस्टिविटी ऑफ द मटीरियल ऑफ वायर. सो पहले कैपिटल आर नूं आपां की बोलते सी रेजिस्टेंस ऑफ वायर या एनी मटीरियल जिस दी भी गल कर रहे हैं. हुण रो नूं आपां की बोलांगे दैट इज़ इलैक्ट्रिकल या सिंपली भी लिख सकते हैं सिर्फ रेजिस्टिविटी, इलैक्ट्रिकल रेजिस्टिविटी ऑफ द मटीरियल ऑफ वायर. सो ऑफ द मटीरियल ऑफ वायर्स अगेन वही गल कि अगर मटीरियल चेंज हो रहा है, सो अलग अलग वायर्स की गल करिए, अलग अलग मटीरियल्स दियाँ, दैन उन्होंने सब की रेजिस्टिविटी की होएगी डिफरेंट डिफरेंट होएगी. सो इलैक्ट्रिकल रेजिस्टिविटी ऑफ द मटीरियल ऑफ वायर. सो ये है रो RH O. और अगर ये यूनिट्स की गल करिए, यूनिट्स ऑफ रेजिस्टिविटी, सिंपली मैं रो ही लिख रही हूँ इतने. यूनिट्स ऑफ रेजिस्टिविटी वो किस तरह आएंगी, बहुत ईजी है. सो जिमें कि आपको पता है R इज़ इक्वल टू रो L ओवर A. सो ये यूनिट्स अगर कैलकुलेट करने हो, रो नूं एक साइड रखांगे, बाकी सारियां टर्म्स दूसरी साइड. सो ए इधर डिवाइड हो रहा है, इधर जाके की होएगा मल्टीप्लाई. L इधर की है रो दे नाल मल्टीप्लाई, इधर जाके की होएगा डिवाइड. सो अगर आप इन्हां दे यूनिट्स नूं लिख लईए, दैन उन्हां दे यूनिट्स तो आप की है रो दे यूनिट्स कैलकुलेट कर सकते हैं. रेजिस्टेंस दे यूनिट्स हैं ओम. एरिया दे यूनिट्स अगर आप SI दी यूनिट्स की गल करिए, एरिया क्या आएगा मीटर स्क्वायर. लेंथ भी अगर आप मीटर्स ले रहे हैं, दैन सिंपली वी गेट द यूनिट्स ऑफ रेजिस्टिविटी एज ओम मीटर. सो दीज आर द यूनिट्स ऑफ रेजिस्टिविटी या इलैक्ट्रिकल रेजिस्टिविटी. सो द यूनिट्स हैं ओम मीटर और रेजिस्टेंस दे की यूनिट्स हैं दैट आर सिंपली ओम. सो हुण रेजिस्टिविटी की होर गल करते हुए, हुण जो अलॉयज होंदे हैं या जो मैटल्स होंदियां हैं, alloys and metals they have very low value of resistivity. सो मैटल्स के केस दे विच मैटल्स आप जनरली किन्हां नूं बोलते हैं जिन्हां दे विच जो करंट है, मतलब जो फ्लो ऑफ चार्ज है वो बहुत ईजी होंदा है, मीनस उहदे विच की है हाई अमाउंट ऑफ करंट फ्लो कर सकता है इन मैटल्स. सो मैटल्स आर वेरी गुड कंडक्टर्स. सो मैटल्स और अलॉयज दे विच की है जो रेजिस्टिविटी की वैल्यू होंदी है दैट इज़ वेरी लो. सो दीज टू हैव वेरी लो वैल्यू ऑफ रेजिस्टिविटी. सो रेजिस्टिविटी जिथे भी बोल रही हाँ मैं रो यूज़ कर रही हाँ, सो अंडरस्टूड ही है रो मीनस रेजिस्टिविटी. सो इहदा की मतलब है कि अलॉयज और मेटल्स की होंदे हैं दे आर गुड कंडक्टर्स. सो आप रेजिस्टिविटी के बेसिस के उपर भी की है क्लासीफिकेशन कर सकते हाँ कि सो जिहड़ियां चीज़ां दे लई रो की वैल्यू या रेजिस्टिविटी की वैल्यू घट है, सो वेरी लो वैल्यू ऑफ रो, दैन वो सारे की होंगे वेरी गुड कंडक्टर्स ऑफ इलैक्ट्रिक करंट या फिर इलैक्ट्रिसिटी. अगर इंसुलेटर्स की गल करिए, सो इंसुलेटर्स बारे आप पहला भी पढ़िया है. इंसुलेटर कोई भी हो सकता है, ग्लास या प्लास्टिक कोई. सो इंसुलेटर्स के लिए जो रेजिस्टिविटी की वैल्यू होंदी है, रो की वैल्यू होंदी है, वो की होंदी है वेरी लार्ज. सो वेरी लार्ज वैल्यू ऑफ रेजिस्टिविटी. सो अगेन अगर रेजिस्टिविटी ज़्यादा है दैन सिंपली जो चीज़ होएगी उन्होंने आप की बोलते हैं इंसुलेटर बोलते हैं, बिकॉज वो जो करंट है वो की है पास नहीं कर रहा, एप्रीशिएबल अमाउंट ऑफ करंट की है पास नहीं कर रहा. सो अलॉयज और मैटल्स के लिए अगर कोई क्वेश्चन पूछे कि किहड़े मटीरियल्स के लिए की है रेजिस्टिविटी की वैल्यू घट है, या फिर इस तरह पूछ सकते हैं कि किहड़े मटीरियल्स के लिए रेजिस्टिविटी की वैल्यू ज़्यादा होंदी है, दैन आप की कहांगे फॉर अलॉयज ऑल अलॉयज एंड मैटल्स
ਦੇ ਆਰ ਹੈਵਿੰਗ ਦ ਵੈਰੀ ਲੋ ਵੈਲਿਊ ਆਫ ਰੈਜ਼ਿਸਟਿਵਿਟੀ, ਉਸੇ ਕਰਕੇ ਆਪਾਂ ਉਹਨਾਂ ਨੂੰ ਕੀ ਬੋਲਦੇ ਹਾਂ, ਗੁੱਡ ਕੰਡਕਟਰਸ। ਔਰ ਇਨਸੂਲੇਟਰਸ ਮੀਨਸ ਜਿਹੜੇ ਕਿ ਗੁੱਡ ਕੰਡਕਟਰਸ ਨਹੀਂ ਹੁੰਦੇ, ਜਿਨ੍ਹਾਂ ਦੇ ਵਿੱਚੋਂ ਕਰੰਟ ਪਾਸ ਨਹੀਂ ਹੁੰਦਾ, ਉਹਨਾਂ ਦੇ ਵਿੱਚ ਜਿਹੜੀ ਰੈਜ਼ਿਸਟਿਵਿਟੀ ਦੀ ਵੈਲਿਊ ਹੁੰਦੀ ਹੈ ਉਹ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਸੋ ਅਗਰ ਹੁਣ ਆਪਾਂ ਫਿਰ ਅਲੋਇਜ਼ ਦੀ ਹੀ ਗੱਲ ਕਰੀਏ, ਅਲੋਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਲੋਏ ਕੀ ਹੁੰਦਾ ਹੈ ਕਿ ਡਿਫਰੈਂਟ ਮੈਟਲਸ ਨੂੰ ਜੁਆਇਨ ਕਰਕੇ, ਮੈਟਲਸ ਜਾਂ ਨॉन ਮੈਟਲਸ ਵੀ ਹੋ ਸਕਦੇ ਹਨ, ਉਹਨਾਂ ਨੂੰ ਜੁਆਇਨ ਕਰਕੇ ਕੀ ਹੈ, ਅਲੋਏ ਬਣਾਇਆ ਜਾਂਦਾ ਹੈ। ਸੋ ਜੋ ਅਲੋਏ ਦੀ ਰੈਜ਼ਿਸਟਿਵਿਟੀ ਹੈ ਉਹਦੇ ਕੰਪੋਨੈਂਟਸ ਦੇ ਨਾਲੋਂ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਕੰਪੋਨੈਂਟਸ ਦਾ ਕੀ ਮਤਲਬ ਹੈ, ਜਿਵੇਂ ਕਿ ਨਾਈਕ੍ਰੋਮ ਦੀ ਗੱਲ ਕੀਤੀ ਸੀ, ਨਾਈਕ੍ਰੋਮ ਦੇ ਵਿੱਚ ਕੀ ਹੈ, ਨਿਕਲ, ਕ੍ਰੋਮੀਅਮ, ਆਇਰਨ, ਮੈਂਗਨੀਜ਼। ਸੋ ਉਹ ਜੋ ਅਲੋਏ ਹੈ ਉਹਦੀ ਜਿਹੜੀ ਰੈਜ਼ਿਸਟਿਵਿਟੀ ਹੈ, ਵੈਸੇ ਤਾਂ ਅਲੋਇਜ਼ ਦੀ ਰੈਜ਼ਿਸਟਿਵਿਟੀ ਘੱਟ ਹੁੰਦੀ ਹੈ, ਲੇਕਿਨ ਅਗਰ ਆਪਾਂ ਕੰਪੇਅਰ ਕਰੀਏ ਉਸ ਅਲੋਏ ਦੀ ਰੈਜ਼ਿਸਟਿਵਿਟੀ ਨੂੰ ਉਹਦੇ ਕੰਪੋਨੈਂਟਸ ਦੀ ਰੈਜ਼ਿਸਟਿਵਿਟੀ ਦੇ ਨਾਲ, ਮਤਲਬ ਨਿਕਲ ਦੇ ਨਾਲ, ਕ੍ਰੋਮੀਅਮ ਦੇ ਨਾਲ, ਆਇਰਨ ਦੇ ਨਾਲ, ਦੈਨ ਐਜ਼ ਕੰਪੇਅਰ ਟੂ ਦੈਟ ਕੰਪੋਨੈਂਟਸ ਜਿਹੜੀ ਅਲੋਏ ਦੀ ਰੈਜ਼ਿਸਟਿਵਿਟੀ ਹੈ ਉਹ ਕੀ ਹੁੰਦੀ ਹੈ, ਹਾਇਰ ਹੁੰਦੀ ਹੈ। ਸੋ ਅਲੋਇਜ਼ ਹੈਵ ਹਾਇਰ rho means resistivity as compared to its components. So alloys have higher resistivity as compared to its components. So ਇਹਦਾ ਕੀ ਮਤਲਬ ਹੈ, ਜਿਹੜੇ alloys ਹਨ easily oxidize ਨਹੀਂ ਹੋ ਸਕਦੇ। oxidize means ਕਿ ਅਗਰ ਬਹੁਤ ਹਾਈ ਟੈਂਪਰੇਚਰ ਹੋਵੇ ਆਪਣੇ ਕੋਲ, ਜ਼ਿਆਦਾ ਟੈਂਪਰੇਚਰ 'ਤੇ ਕੀ ਹੈ ਉਹ ਬਰਨ ਨਹੀਂ ਹੋਣਗੇ ਈਜ਼ੀਲੀ। ਸੋ ਅਲੋਇਜ਼ ਬਣਾਏ ਹੀ ਤਾਂ ਜਾਂਦੇ ਹਨ ਕਿ ਦੈਟ ਕਿ ਆਪਾਂ ਡਿਫਰੈਂਟ ਕੀ ਹੈ ਮੈਟਲਸ ਜਾਂ ਨॉन ਮੈਟਲਸ ਨੂੰ ਕੰਬਾਈਨ ਕਰਕੇ, ਜਿਨ੍ਹਾਂ ਦੀ ਰੈਜ਼ਿਸਟਿਵਿਟੀ ਕੀ ਹੈ, ਘੱਟ ਹੈ, ਕੰਬਾਈਨ ਕਰੀਏ, ਅਲੋਏ ਬਣਾਈਏ। ਅਲੋਏ ਬਣਾਉਣ ਦੇ ਨਾਲ ਕੀ ਹੋਏਗੀ, ਉਹਦੀ ਰੈਜ਼ਿਸਟਿਵਿਟੀ ਕੀ ਹੋਏਗੀ, ਜ਼ਿਆਦਾ ਹੋਏਗੀ ਉਹਦੇ ਕੰਪੋਨੈਂਟਸ ਨਾਲੋਂ। ਸੋ ਦੈਟ ਕਿ ਜਦੋਂ ਕਿਤੇ ਹਾਈ ਟੈਂਪਰੇਚਰ ਪ੍ਰੋਡਿਊਸ ਹੋਵੇ, ਹਾਈ ਟੈਂਪਰੇਚਰ ਹੋਣ ਦੇ ਨਾਲ ਕੀ ਹੈ, ਜਿਹੜਾ ਅਲੋਏ ਹੈ ਉਹ ਕੀ ਹੈ, ਬਰਨ ਨਾ ਹੋ ਸਕੇ। ਸੋ ਦੈਟ ਇਜ਼ ਵਾਈ ਜਿਹੜੇ ਆਪਣੇ ਘਰਾਂ ਦੇ ਵਿੱਚ ਮੋਸਟਲੀ ਕੋਈ ਹੀਟਿੰਗ ਐਲੀਮੈਂਟਸ, ਹੀਟਿੰਗ ਡਿਵਾਈਸਿਸ ਹਨ, ਜਿਵੇਂ ਕਿ ਟੋਸਟਰ ਹੋ ਗਿਆ ਜਾਂ ਇਲੈਕਟ੍ਰਿਕ ਆਇਰਨ ਹੋ ਗਈ, ਉਹਨਾਂ ਦੇ ਵਿੱਚ ਆਪਾਂ ਕੀ ਹੈ, ਅਲੋਇਜ਼ ਨੂੰ ਹੀ ਯੂਜ਼ ਕਰਦੇ ਹਾਂ। ਕਿਸੇ ਸਿੰਗਲ ਇੰਡੀਵਿਜੂਅਲ ਮੈਟਲ ਜਾਂ ਨॉन ਮੈਟਲ, ਕਿਸੇ ਇੰਡੀਵਿਜੂਅਲ ਮੈਟਲ ਨੂੰ ਯੂਜ਼ ਨਹੀਂ ਕਰਦੇ। ਸੋ ਅਲੋਇਜ਼ ਨੂੰ ਆਪਾਂ ਯੂਜ਼ ਕਰਦੇ ਹਾਂ ਫॉर ਆਲ ਦ ਹੀਟਿੰਗ ਡਿਵਾਈਸਿਸ ਜਾਂ ਹੀਟਿੰਗ ਐਲੀਮੈਂਟਸ। ਸੋ ਉਹਨਾਂ ਦੇ ਵਿੱਚ ਆਪਾਂ ਅਲੋਇਜ਼ ਨੂੰ ਯੂਜ਼ ਕਰਦੇ ਹਾਂ, ਜਿਵੇਂ ਕਿ ਟੰਗਸਟਨ ਹੈ। ਸੋ ਟੰਗਸਟਨ ਨੂੰ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਫॉर ਮੇਕਿੰਗ ਦ ਫਿਲਾਮੈਂਟਸ ਆਫ ਇਲੈਕਟ੍ਰਿਕ ਬਲਬਸ। ਸੋ ਬਲਬ ਦੇ ਵਿੱਚ ਜਿਹੜੀ ਫਿਲਾਮੈਂਟ ਹੁੰਦੀ ਹੈ ਦੈਟ ਇਜ਼ ਮੇਡ ਅਪ ਆਫ ਟੰਗਸਟਨ। ਸੋ ਟੰਗਸਟਨ ਐਂਡ ਆਲਸੋ ਜੋ ਟਰਾਂਸਮਿਸ਼ਨ ਵਾਇਰਸ ਹੁੰਦੀਆਂ ਹਨ, ਜੋ ਇਲੈਕਟ੍ਰਿਕ ਟਰਾਂਸਮਿਸ਼ਨ ਵਾਇਰਸ ਹੁੰਦੀਆਂ ਹਨ, ਜਿਨ੍ਹਾਂ ਦੇ ਥਰੂ ਕੀ ਹੈ ਸਿਗਨਲਸ ਟਰਾਂਸਮਿਟ ਹੁੰਦਾ ਹੈ, ਦੈਨ ਉਹਨਾਂ ਦੇ ਵਿੱਚ ਕੀ ਹੈ, ਆਪਾਂ ਕਾਪਰ ਔਰ ਐਲੂਮੀਨੀਅਮ ਨੂੰ ਯੂਜ਼ ਕਰਦੇ ਹਾਂ। ਸੋ ਜਿਵੇਂ ਕਿ ਮੈਂ ਦੱਸਿਆ ਕਿ ਅਲੋਇਜ਼ ਨੂੰ ਆਪਾਂ ਕਿਉਂ ਯੂਜ਼ ਕਰ ਰਹੇ ਹਾਂ, ਬਿਕੋਜ਼ ਉਹਨਾਂ ਦੀ ਰੈਜ਼ਿਸਟਿਵਿਟੀ ਕੀ ਹੈ, ਜ਼ਿਆਦਾ ਹੈ ਐਜ਼ ਕੰਪੇਅਰ ਟੂ ਦੇਅਰ ਕੰਪੋਨੈਂਟਸ। ਸੋ ਅਲੋਇਜ਼ ਯੂਜ਼ ਹੁੰਦੇ ਹਨ ਇਨ ਦ ਹੀਟਿੰਗ ਐਲੀਮੈਂਟਸ, ਜੋ ਆਪਾਂ ਜਿਵੇਂ ਆਪਣੇ ਘਰਾਂ ਦੇ ਵਿੱਚ ਟੋਸਟਰਸ ਹੋ ਗਏ ਜਾਂ ਫਿਰ ਇਲੈਕਟ੍ਰਿਕ ਆਇਰਨਸ। ਉਸੇ ਤਰ੍ਹਾਂ ਇੱਕ ਐਗਜ਼ਾਮਪਲ ਦਿੱਤੀ ਟੰਗਸਟਨ ਦੀ, ਜੋ ਕਿ ਯੂਜ਼ ਹੁੰਦੀ ਹੈ ਫॉर ਮੇਕਿੰਗ ਦ ਫਿਲਾਮੈਂਟਸ ਆਫ ਇਲੈਕਟ੍ਰਿਕ ਬਲਬਸ। ਟੰਗਸਟਨ ਤੋਂ ਇਲਾਵਾ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਕੀ ਹੈ, ਜਿਹੜਾ ਮੈਟਲ ਯੂਜ਼ ਹੁੰਦਾ ਹੈ ਉਹ ਹਨ ਕਾਪਰ ਐਂਡ ਐਲੂਮੀਨੀਅਮ। ਸੋ ਇੱਥੋਂ ਕੀ ਹੈ, ਡਿਫਰੈਂਟ ਕੁਐਸਚਨਸ ਵੀ ਬਣ ਸਕਦੇ ਹਨ ਕਿ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਕਿਹੜਾ ਮਟੀਰੀਅਲ ਯੂਜ਼ ਹੁੰਦਾ ਹੈ, ਜਾਂ ਫਿਰ ਟੋਸਟਰਸ ਦੇ ਵਿੱਚ, ਮਤਲਬ ਕਾਫੀ ਕੁਐਸਚਨਸ ਕੀ ਹੈ ਇਹਦੇ ਰਿਲੇਟਡ ਐਗਜ਼ਾਮਸ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਹਨ। ਸੋ ਇਹ ਸੀ ਆਪਣਾ ਫੈਕਟਰਸ ਇਨਫਲੂਐਂਸਿੰਗ ਰੈਜ਼ਿਸਟੈਂਸ, ਜਾਂ ਫਿਰ ਰੈਜ਼ਿਸਟੈਂਸ ਕੀ ਹੈ ਕਿਹੜੇ ਫੈਕਟਰਸ ਦੇ ਉੱਪਰ ਕੀ ਹੈ ਡਿਪੈਂਡ ਕਰਦੀ ਹੈ। ਸੋ ਇਸ ਤੋਂ ਬਾਅਦ ਕੀ ਹੈ, ਆਪਾਂ ਇੱਕ ਛੋਟਾ ਜਿਹਾ ਨਿਊਮੈਰੀਕਲ ਕਰਦੇ ਹਾਂ। ਸੋ ਕੁਐਸਚਨ ਦੀ ਸਟੇਟਮੈਂਟ ਕੀ ਹੈ, that the potential difference between the terminals of an electric heater is 60 volt। so ਆਪਾਂ ਨੂੰ ਜੋ given ਹੈ ਨਾਲ ਲਿਖਦੇ ਜਾਵਾਂਗੇ, that is potential difference 60 volt when it draws a current of 4 ampere। so I is equal to 4 ampere। so ਇਹ ਦੋ ਚੀਜ਼ਾਂ given ਹਨ। So what current will the heater draw if the potential difference is increased to 120 volt? So एक कंडीशन देती है उन्होंने नाल कि आपा वो करंट फाइंड आउट करना है जो पोटेंशियल डिफरेंस की वैल्यू आपा इनक्रीज कर दईए फ्रॉम 60 वोल्ट टू 120 वोल्ट। सो ये लिए की है, पहला तो आपको इतने रेजिस्टेंस फाइंड आउट करनी पेगी, जिमें कि आपको पता है फ्रॉम ओम्स लॉ V इज इक्वल टू आई आर, दैन आर कि बराबर आएगा V ओवर I। So V over I means potential difference the value over I the value। so after cancelling 2 2s are 4, 2 3s are 6 and 0, 2 1s are 2 और इधर एक 1, 2 5s are 10। so अपने को वैल्यू आ रही है 15 ओम। then ਹੁਣ ਆਪਾਂ नेक्स्ट की है कंडीशन लगाइए कि जो पोटेंशियल डिफरेंस अपने को की है दैट इज 120 वोल्ट्स। देन आप फाइंड आउट की करना है वैल्यू ऑफ करंट, लेकिन इन दिस केस जो अपने को रेजिस्टेंस है वो की है सेम ही रहेगी। सो जो रेजिस्टेंस आप ऊपर कैलकुलेट की है वही रेजिस्टेंस आप की है नीचे यूज़ करांगे
ਫਾਰਮੂਲਾ ਵੀ ਕੀ ਹੈ ਸੇਮ ਹੀ ਯੂਜ਼ ਕਰਾਂਗੇ। ਸੋ ਅਕੋਰਡਿੰਗ ਟੂ ਓਮਸ ਲਾਅ V ਇਜ਼ ਇਕੁਅਲ ਟੂ IR, then I can be written as I ਕੀ ਹੋਏਗਾ V over R, then V ਦੀ ਵੈਲਿਊ ਹੁਣ ਚੇਂਜ ਹੋ ਗਈ ਹੈ 120 ਵੋਲਟ, ਔਰ ਰੈਜ਼ਿਸਟੈਂਸ ਜੋ ਆਪਾਂ ਖੁਦ ਕੈਲਕੂਲੇਟ ਕੀਤੀ ਹੈ ਕੁਐਸਚਨ ਦੇ ਵਿੱਚ। ਸੋ ਰੈਜ਼ਿਸਟੈਂਸ ਹੀਟਰ ਦੇ ਵਿੱਚ ਕਿੰਨੀ ਹੈ, ਸੋ ਆਪਾਂ ਨੂੰ ਇਲੈਕਟ੍ਰਿਕ ਹੀਟਰ ਗਿਵਨ ਹੈ ਦੈਟ ਇਜ਼ 15 ਓਮ। ਸੋ ਹੁਣ ਆਪਾਂ ਅਗੇਨ ਇਸੇ ਕੈਂਸਲਿੰਗ ਕਰਾਂਗੇ, 3 5s 15, then 3 4s 12 and 0, then 5 8s 40, then ਆਪਣੇ ਕੋਲ ਜੋ ਕਰੰਟ ਦੀ ਵੈਲਿਊ ਆ ਰਹੀ ਹੈ ਕਰੰਟ ਇਜ਼ ਇਕੁਅਲ ਟੂ 8 ਔਰ ਨਾਲ ਯੂਨਿਟਸ ਕੀ ਆਣਗੇ ਕਰੰਟ ਦੇ ਦੈਟ ਇਜ਼ ਐਂਪੀਅਰ। ਸੋ ਇਹ ਆਪਣਾ ਕੁਐਸਚਨ ਸੀ ਜਿਹਦੇ ਵਿੱਚ ਆਪਾਂ ਨੂੰ ਕੀ ਹੈ, ਸੋ ਫਰਸਟਲੀ ਪੋਟੈਂਸ਼ੀਅਲ ਡਿਫਰੈਂਸ ਔਰ ਕਰੰਟ ਦੀ ਵੈਲਿਊ ਗਿਵਨ ਸੀ, ਆਪਾਂ ਰੈਜ਼ਿਸਟੈਂਸ ਕੈਲਕੂਲੇਟ ਕੀਤੀ ਪਲੱਸ ਨਾਲ ਉਹਨਾਂ ਨੇ ਇੱਕ ਕੰਡੀਸ਼ਨ ਦਿੱਤੀ ਕਿ ਦੈਨ ਵੈਨ ਪੋਟੈਂਸ਼ੀਅਲ ਡਿਫਰੈਂਸ ਇਜ਼ ਇਨਕਰੀਜ਼ ਟੂ 120 ਵੋਲਟਸ ਦੈਨ ਆਪਾਂ ਫਾਈਂਡ ਆਊਟ ਕਰਨਾ ਸੀ ਕਰੰਟ। ਸੋ ਆਪਾਂ ਉਹੀ ਰੈਜ਼ਿਸਟੈਂਸ ਦੀ ਵੈਲਿਊ ਯੂਜ਼ ਕਰਕੇ ਕੀ ਹੈ ਕਰੰਟ ਦੀ ਵੈਲਿਊ ਕੈਲਕੂਲੇਟ ਕੀਤੀ ਐਂਡ ਕੀ ਯੂਜ਼ ਕੀਤਾ ਆਪਾਂ ਇਹਦੇ ਵਿੱਚ ਓਮਸ ਲਾਅ। ਸੋ ਇਹ ਸੀ ਆਪਣਾ ਅੱਜ ਦਾ ਕੰਮ। ਸੋ ਇਹਦੇ ਵਿੱਚ ਆਪਾਂ ਕੀ ਹੈ ਅੱਜ ਰੈਜ਼ਿਸਟੈਂਸ ਤੋਂ ਸ਼ੁਰੂ ਹੋ ਕੇ ਰੈਜ਼ਿਸਟੈਂਸ ਤੋਂ ਬਾਅਦ ਰੈਜ਼ਿਸਟਿਵਿਟੀ ਦੀ ਗੱਲ ਕੀਤੀ, ਫੈਕਟਰਸ ਦੀ ਗੱਲ ਕੀਤੀ ਕਿ ਜਿਹਦੇ ਨਾਲ ਕੀ ਹੈ ਰੈਜ਼ਿਸਟੈਂਸ ਚੇਂਜ ਹੋ ਸਕਦੀ ਹੈ, ਮਤਲਬ ਕਿਹੜੇ ਫੈਕਟਰਸ ਦੇ ਉੱਪਰ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ, ਔਰ ਨਾਲ ਦੀ ਨਾਲ ਕੀ ਹੈ ਆਪਾਂ ਇੱਕ ਨਿਊਮੈਰੀਕਲ ਵੀ ਕੀਤਾ ਜਿਹਦੇ ਨਾਲ ਕੀ ਆਪਣਾ ਓਮਸ ਲਾਅ ਕੀ ਹੈ ਥੋੜਾ ਹੋਰ ਅੱਛਾ ਹੋ ਗਿਆ, ਮਤਲਬ ਕਲੀਅਰ ਹੋ ਗਿਆ। ਸੋ ਅੱਜ ਲਈ ਇੰਨਾ ਹੀ, ਥੈਂਕ ਯੂ।